ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖਤ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਟੋਰਾਂਟੋ ਸਟੂਡੀਓ ਤੋਂ ਸੰਦੀਪ ਜੀ। ਸੰਦੀਪ ਜੀ ਸਵਾਗਤ ਹੈ ਜੀ ਤੁਹਾਡਾ। बहुत बहुत धन्यवाद जी। वाहिगुरू जी का खालसा वाहिगुरू जी की फतेह जी। ਨਾਲ ਹੀ ਮੇਰੇ ਨਾਲ ਜੁੜ ਚੁੱਕੇ ਨੇ ਜੀ ਸ਼ਬਦੀਪ ਜੀ ਚੰਡੀਗੜ੍ਹ ਤੋਂ। ਸ਼ਬਦੀਪ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅਜੀਤ ਜੀ ਕੈਲਗਰੀ ਤੋਂ ਵੀ ਭਖਤ ਦੀਆਂ ਖਬਰਾਂ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ। ਅਜੀਤ ਜੀ ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਪੰਜਾਬ ਤੋਂ ਸਾਡੇ ਨਾਲ ਅੱਜ ਦਿਲਰਾਜ ਜੀ ਫੋਨ ਲਾਈਨ ਤੇ ਜੁੜੇ ਹੋਏ ਨੇ ਜਲੰਧਰ ਤੋਂ। ਦਿਲਰਾਜ ਜੀ ਤੁਹਾਡਾ ਵੀ ਸਵਾਗਤ ਹੈ ਜੀ ਭਖਤ ਦੀਆਂ ਖਬਰਾਂ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਅਸੀਂ ਭਖਤ ਦੀਆਂ ਖਬਰਾਂ ਦੇ ਵਿੱਚ ਚੱਕਦੇ ਟੀਵੀ ਦੇ ਉੱਪਰ ਜਿਹੜੇ ਕੁਝ ਮੁੱਦੇ ਹੁੰਦੇ ਨੇ ਜਿਹੜੇ ਸਾਡੇ ਸਮਾਜ ਨਾਲ ਸਾਡੇ ਕਮਿਊਨਿਟੀ ਨਾਲ ਸੰਬੰਧਿਤ ਹੁੰਦੇ ਨੇ, ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਹੁੰਦੀ ਆ, ਅਸੀਂ ਉਹਦੇ ਉੱਪਰ ਅਕਸਰ ਗੱਲਬਾਤ ਕਰਦੇ ਹਾਂ। ਜ਼ਿਆਦਾਤਰ ਸਾਡੇ ਇਹਨਾਂ ਭਖਤ ਦੀਆਂ ਖਬਰਾਂ ਦੇ ਸ਼ੋਆਂ ਦੇ ਵਿੱਚ ਭਾਵੇਂ ਕਿ ਪੰਜਾਬ ਦੀ ਸਿਆਸਤ ਬਾਰੇ ਗੱਲ ਹੋਵੇ, ਪਰ ਕੋਸ਼ਿਸ਼ ਸਾਡੀ ਹੁੰਦੀ ਆ ਕਿ ਅਸੀਂ ਮੁੱਦੇ ਜਿਹੜੇ ਹੈਗੇ ਆ ਉਹ ਸਾਡੀ ਪੰਜਾਬੀ ਕਮਿਊਨਿਟੀ ਨਾਲ ਜੁੜੇ ਹੋਏ ਮੁੱਦੇ ਜ਼ਰੂਰ ਜਿਹੜੇ ਹੈਗੇ ਆ ਵਿਚਾਰ ਅਧੀਨ ਲਿਆਇਆ ਕਰੀਏ ਜਦੋਂ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬੈਠਦੇ ਹਾਂ। ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਮੁੱਦਾ ਸਾਡੇ ਪੰਜਾਬ ਦੇ ਲੋਕਾਂ ਦਾ ਹੀ ਹੈ, ਮੁੱਦਾ ਸਾਡੇ ਪੰਜਾਬੀਆਂ ਦਾ ਹੀ ਹੈ, ਪਰ ਮੁੱਦਾ ਸਾਡਾ ਇਹ ਕੈਨੇਡਾ ਤੋਂ ਹੈ ਜੀ। ਗੱਲਬਾਤ ਅਸੀਂ ਜਿਹੜੀ ਅੱਜ ਕਰਾਂਗੇ, ਗੱਲਬਾਤ ਕਰਾਂਗੇ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਸਮੱਸਿਆਵਾਂ ਦੇ ਉੱਪਰ। ਪਿਛਲੇ ਕੁਝ ਦਿਨਾਂ ਤੋਂ ਕਾਫੀ ਜਿਹੜਾ ਇਹ ਮੁੱਦਾ ਹੈ ਇਹ ਕਾਫੀ ਹੌਟ ਬਣਿਆ ਹੋਇਆ। ਕੁਛ ਕਾਰਨਾਂ ਕਰਕੇ ਅਸੀਂ ਉਹ ਕਾਰਨਾਂ ਨੂੰ ਡਿਸਕਸ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਿਹੜੇ ਕਾਰਨਾਂ ਕਰਕੇ ਮੁੱਦਾ ਜਿਹੜਾ ਹੈ ਉਹ ਗਰਮਾਇਆ ਹੋਇਆ, ਸ਼ਾਇਦ ਉਹ ਕਾਰਨ ਡਿਸਕਸ ਕਰਨ ਵਾਲੇ ਨਹੀਂ ਨੇ। ਡਿਸਕਸ ਕਰਨ ਵਾਲੀ ਗੱਲ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਲੱਖਾਂ ਕਰੋੜਾਂ ਰੁਪਈਆ ਲਾ ਕੇ ਇਸ ਦੇਸ਼ ਦੇ ਵਿੱਚ ਆਪਣੇ ਭਵਿੱਖ ਲਈ ਆਉਂਦੇ ਨੇ, ਤੇ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਆਪਣੀ ਇੱਥੇ ਜ਼ਿੰਦਗੀ ਜਿਹੜੀ ਹੈਗੀ ਆ ਉਹ ਵਧੀਆ ਬਣਾ ਸਕਦੇ, ਉਹਦੇ ਉੱਪਰ ਡਿਸਕਸ਼ਨ ਕੀਤੀ ਜਾ ਸਕਦੀ ਆ। ਅਸੀਂ ਮੁੱਦੇ ਨੂੰ ਦੂਸਰੇ ਪਾਸੇ ਬਿਲਕੁਲ ਨਹੀਂ ਲਿਜਾਣਾ ਚਾਹਾਂਗੇ। ਅਸੀਂ ਚਾਹਾਂਗੇ ਕਿ ਜੋ ਸਟੂਡੈਂਟਸ ਦੀਆਂ ਰੀਅਲ ਸਮੱਸਿਆਵਾਂ ਹੈਗੀਆਂ ਉਹਦੇ ਬਾਰੇ ਜਿਹੜੀ ਹੈਗੀ ਆ ਗੱਲ ਕੀਤੀ ਜਾਵੇ। ਔਰ ਕੈਨੇਡਾ ਨੂੰ ਜਿਹੜੀ ਐਜੂਕੇਸ਼ਨ, ਆਪਾਂ ਇਹਨੂੰ ਇੰਡਸਟਰੀ ਕਵਾਂਗੇ, ਜਿਹੜੀ ਐਜੂਕੇਸ਼ਨ ਹੈਗੀ ਆ ਇਹ ਕਿੰਨਾ ਸਪੋਰਟ ਕਰਦੀ ਹੈ। ਜੇ ਆਪਾਂ ਨੰਬਰਸ ਦੇ ਉੱਪਰ ਜਾਈਏ ਤਾਂ 2012 ਦੇ ਵਿੱਚ 8 ਬਿਲੀਅਨ ਤੋਂ ਜ਼ਿਆਦਾ ਜਿਹੜਾ ਹੈ ਕੈਨੇਡੀਅਨ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਕੈਨੇਡਾ ਦੇ ਵਿੱਚ ਉਹਨਾਂ ਨੇ ਸਪੈਂਡ ਕੀਤਾ। ਭਾਵੇਂ ਕਿ ਇਹ ਸਾਰਾ ਸਟੂਡੈਂਟ ਇੰਡੀਆ ਨੂੰ ਬਿਲੋਂਗ ਨਹੀਂ ਕਰਦਾ। ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਅਸੀਂ ਕੈਨੇਡਾ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਰੀਬ ਵਰਲਡ ਦੇ ਵਿੱਚ 170 ਕੰਟਰੀਆਂ ਦੇ ਲੋਕ ਕੈਨੇਡਾ ਦੇ ਵਿੱਚ ਆ ਕੇ ਪੜ੍ਹਨਾ ਪਸੰਦ ਕਰਦੇ ਆ। ਅਗਰ ਅਸੀਂ ਪਰਸੈਂਟੇਜ ਦੀ ਗੱਲ ਕਰਾਂਗੇ ਕਿ ਕਿੰਨੇ ਲੋਕ 100 ਵਿੱਚੋਂ ਪੜ੍ਹਨਾ ਕੈਨੇਡਾ ਪਸੰਦ ਕਰਦੇ ਆ, ਤਾਂ ਜਿਹੜੀ ਪਰਸੈਂਟੇਜ ਹੈਗੀ ਆ 90 ਤੋਂ ਉੱਪਰ ਦੀ ਹੈਗੀ ਆ। ਹਾਲਾਂਕਿ ਨਿਊਜ਼ੀਲੈਂਡ, ਆਸਟ੍ਰੇਲੀਆ, US ਇਹ ਵੀ ਜਿਹੜੇ ਡੈਸਟੀਨੇਸ਼ਨ ਹੈਗੇ ਨੇ ਸਟੂਡੈਂਟਸ ਦੇ, ਪਰ ਉਹ ਸੈਕੰਡ ਡੈਸਟੀਨੇਸ਼ਨ ਹੁੰਦਾ ਹਰ ਸਟੂਡੈਂਟ ਦਾ। ਪੂਰੇ ਵਰਲਡ ਦੇ ਵਿੱਚ, ਸਿਰਫ ਭਾਰਤ ਜਾਂ ਪੰਜਾਬ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਹਰ ਕੰਟਰੀ ਦੇ ਵਿੱਚੋਂ ਹਰ ਬੰਦਾ ਜਿਹੜਾ ਨਵਾਂ ਯੰਗ ਬੱਚਾ ਹੈ ਉਹ ਜਦੋਂ ਪੜ੍ਹਨ ਦੀ ਗੱਲ ਸੋਚਦਾ ਬਾਹਰ ਜਾ ਕੇ ਤਾਂ ਉਹ ਕੈਨੇਡਾ ਨੂੰ ਪ੍ਰੈਫਰ ਕਰਦਾ। ਉਹਦੇ ਕਾਰਨ ਆ ਕਿ ਕੈਨੇਡਾ ਦਾ ਲਾਈਫ ਸਟਾਈਲ, ਕੈਨੇਡਾ ਦਾ ਮਲਟੀ ਕਲਚਰਲ ਸਿਸਟਮ, ਇੱਥੇ ਦਾ ਜਿਹੜਾ ਲੋਕਾਂ ਦਾ ਜਿਹੜਾ ਅਪਣਾਉਣ ਦਾ ਜਿਹੜਾ ਮਾਦਾ, ਇੱਥੇ ਦੀ ਜਿਹੜੀ ਲੋਕਾਂ ਦੀ ਟੋਲਰੈਂਸ ਪਾਵਰ ਹੈਗੀ ਆ, ਜਿਹੜੀ ਇੱਥੇ ਅਧਿਕਾਰ ਹੈਗੇ ਆ, ਇੱਥੇ ਜਿਹੜਾ ਲੋਕਾਂ ਨੂੰ ਰਹਿਣ ਦੀ ਆਜ਼ਾਦੀ ਹੈਗੀ ਆ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਅਟਰੈਕਟ ਕਰਦੀਆਂ। ਔਰ ਜੇ ਆਪਾਂ ਐਜੂਕੇਸ਼ਨ ਤੋਂ ਬਾਅਦ ਕੰਮ ਦੀ ਗੱਲ ਕਰੀਏ, ਕੰਮ ਤੋਂ ਬਾਅਦ ਇਮੀਗ੍ਰੇਸ਼ਨ ਲੈ ਕੇ ਪੱਕੇ ਤੌਰ ਤੇ ਕੈਨੇਡਾ ਰਹਿਣ ਦੀ ਗੱਲ ਕਰੀਏ, ਤਾਂ ਬਹੁਤ ਸਾਰੀਆਂ ਕੰਟਰੀਆਂ ਨਾਲੋਂ ਕੈਨੇਡਾ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੰਗੀ ਕੰਟਰੀ ਆ। ਇਹਦੇ ਵਿੱਚ ਕਾਫੀ ਸਹੂਲਤਾਂ ਨੇ ਇੱਥੇ ਪੱਕੇ ਹੋਣ ਦੇ ਵਾਸਤੇ ਵੀ। ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ, ਹਾਲਾਂਕਿ ਅਸੀਂ ਪੰਜਾਬ ਦੇ ਸਟੂਡੈਂਟਸ ਦੀ ਗੱਲ ਜਿਹੜੀ ਹੈਗੀ ਆ ਡਿਸਕਸ ਜ਼ਰੂਰ ਕਰਾਂਗੇ, ਪਰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਗੱਲ ਕਰਨ ਲੱਗੇ ਤਾਂ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਆਉਂਦੇ ਨੇ ਉਹ ਚਾਈਨਾ ਤੋਂ ਆਉਂਦੇ ਜੀ। ਚਾਈਨਾ ਦਾ ਜੇ ਆਪਾਂ ਨੰਬਰ ਦੇਖੀਏ, ਪਿਛਲੇ ਸਾਲ ਕਰੀਬ ਦਸੰਬਰ 15 ਦੇ ਵਿੱਚ ਜਿਹੜਾ ਇੱਕ ਡਾਟਾ ਆਇਆ ਸੀ, ਸਟੈਟਿਕਸ ਆਏ ਸੀ, ਉਹਦੇ ਵਿੱਚ ਇਹ ਆਇਆ ਸੀਗਾ ਕਿ 3,57,000 ਦੇ ਕਰੀਬ ਸਟੂਡੈਂਟ ਜਿਹੜੇ ਸੀ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਸੀ ਉਹ ਪੜ੍ਹ ਰਹੇ ਸੀ। ਉਹਨਾਂ ਦੇ ਵਿੱਚੋਂ 50% ਸਟੂਡੈਂਟ ਸਿਰਫ 3 ਕੰਟਰੀਆਂ ਨੂੰ ਬਿਲੋਂਗ ਕਰਦੇ ਨੇ। 53% ਸਟੂਡੈਂਟ 3 ਕੰਟਰੀਆਂ ਨੂੰ ਬਿਲੋਂਗ ਕਰਦੇ ਜੀ, ਚਾਈਨਾ, ਇੰਡੀਆ ਤੇ ਫਰਾਂਸ। ਇਸੇ ਤਰਤੀਬ ਦੇ ਵਿੱਚ ਹੈਗੇ ਨੇ। ਚਾਈਨਾ 1 ਨੰਬਰ ਤੇ ਹੈ। ਚਾਈਨਾ ਤੋਂ ਕਰੀਬ ਦਸੰਬਰ ਦੇ ਵਿੱਚ 3,57,000 ਚੋਂ 1,20,000 ਦੇ ਕਰੀਬ ਜਿਹੜਾ ਸਟੂਡੈਂਟ ਸੀ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ।
ਦੂਸਰਾ ਨੰਬਰ ਇੰਡੀਆ ਦਾ ਆਉਂਦਾ। ਇੰਡੀਆ ਦਾ ਜਿਹੜਾ ਹੈਗਾ ਕਰੀਬ 48-49 ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਦਾ ਸੀ। ਤੀਸਰਾ ਨੰਬਰ ਫਰਾਂਸ ਦਾ, ਜਿਹਦਾ 20,000 ਦੇ ਕਰੀਬ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹ ਰਿਹਾ ਸੀ। ਬਾਕੀ ਸਾਰੀਆਂ ਕੰਟਰੀਆਂ ਕਿਸੇ ਦੀ 2%, ਕਿਸੇ ਦੀ 1% ਰੇਸ਼ੋ ਆ। ਪਰ ਆਪਾਂ ਜੇ ਰੇਸ਼ੋ ਦੇ ਤੌਰ ਤੇ ਵੀ ਜਾਵਾਂਗੇ, ਚਾਈਨਾ ਸਭ ਤੋਂ ਅੱਗੇ 33%, 34% ਦੇ ਨਾਲ ਜਿਹੜਾ ਹੈ ਕੈਨੇਡਾ ਦੇ ਵਿੱਚ ਹੈ। ਇੰਡੀਆ 13% ਦੇ ਕਰੀਬ ਇੰਡੀਆ ਤੋਂ ਸਟੂਡੈਂਟ ਹੈਗੇ ਨੇ ਜੀ। ਜੇ ਆਪਾਂ ਪੰਜਾਬੀ ਸਟੂਡੈਂਟ ਦੀ ਗੱਲ ਕਰਦੇ ਹਾਂ ਤਾਂ ਜਿਹੜੇ 13% ਇੱਥੇ ਸਟੂਡੈਂਟ ਆਉਂਦੇ ਨੇ, ਆਪਾਂ ਉਹਦੇ ਚੋਂ ਸਿੱਧਾ ਜੇ ਆਪਾਂ ਦੇਖ ਲਈਏ ਤਾਂ 50% ਦੇ ਕਰੀਬ ਸਟੂਡੈਂਟ ਜਿਹੜੇ ਹੈਗੇ ਆ ਉਹ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਪੰਜਾਬ ਨੂੰ ਬਿਲੋਂਗ ਕਰਦੇ ਨੇ। ਔਰ ਇਮੀਗ੍ਰੇਸ਼ਨ ਲੈਣ ਦੀ ਜੇ ਗੱਲ ਕਰੀਏ, ਜਿਹੜੇ ਪੜ੍ਹਾਈ ਤੋਂ ਬਾਅਦ ਇਮੀਗ੍ਰੇਸ਼ਨ ਲੈਣ ਦੇ ਇੱਛੁਕ ਲੋਕਾਂ ਦੀ ਗੱਲ ਕਰੀਏ ਤਾਂ ਕਰੀਬ 51% ਲੋਕ ਜਿਹੜੇ ਹੈਗੇ ਆ ਕੈਨੇਡੀਅਨ ਇਮੀਗ੍ਰੇਸ਼ਨ ਲੈਣ ਦੇ ਇੱਛੁਕ ਹੁੰਦੇ ਪੜ੍ਹਾਈ ਖਤਮ ਕਰਨ ਤੋਂ ਬਾਅਦ। ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਨੰਬਰ ਜਿਹੜਾ ਹੈਗਾ ਉਹ ਜ਼ਿਆਦਾ ਵੀ ਹੋ ਸਕਦਾ, ਕਿਉਂਕਿ ਸਾਡੇ ਲੋਕਾਂ ਦਾ ਇੱਕ ਏਮ ਇਹ ਵੀ ਹੁੰਦਾ ਕਿ ਅਸੀਂ ਅਗਰ ਸਟੱਡੀ ਕੈਨੇਡਾ ਕਰ ਰਹੇ ਹਾਂ ਤੇ ਸੈਟਲ ਵੀ ਕੈਨੇਡਾ ਦੇ ਵਿੱਚ ਹੋਇਆ ਜਾਵੇ, ਕਿਉਂਕਿ ਸਾਡੀ ਕਮਿਊਨਿਟੀ ਕਾਫੀ ਵੱਡੀ ਮਾਤਰਾ ਦੇ ਵਿੱਚ ਪਹਿਲਾਂ ਹੀ ਇੱਥੇ ਸੈਟਲ ਹੋ ਚੁੱਕੀ ਹੈ ਤੇ ਜਿਹੜਾ ਫਲੋ ਬਣਿਆ ਹੋਇਆ ਕੈਨੇਡਾ ਆਉਣ ਦਾ, ਉਹਦੇ ਵਿੱਚ ਸਟੂਡੈਂਟ ਵੀ ਕਿਤੇ ਨਾ ਕਿਤੇ ਚਾਹੁੰਦਾ ਹੈ ਕਿ ਜੇ ਮੈਂ ਐਜੂਕੇਸ਼ਨ ਇੱਥੇ ਲਈ ਆ ਤਾਂ ਮੈਂ ਸੈਟਲ ਵੀ ਇੱਥੇ ਹੀ ਹੋ ਜਾਵਾਂ। ਇਸ ਤਰ੍ਹਾਂ ਦੇ ਨੰਬਰ ਅਸੀਂ ਜਿਹੜੇ ਹੈਗੇ ਪੂਰੇ ਸ਼ੋਅ ਦੇ ਦੌਰਾਨ ਡਿਸਕਸ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਸੰਦੀਪ ਜੀ ਗੱਲਬਾਤ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਜੀ। ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਸਾਡੇ ਖਾਸ ਕਰਕੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਈ ਤਰੀਕੇ ਦੇ ਜਿਹੜੀਆਂ ਹੈਗੀਆਂ ਆਪਾਂ ਕਹਿ ਸਕਦੇ ਹਾਂ ਕਿ ਮਿਸ ਅੰਡਰਸਟੈਂਡਿੰਗਸ ਜਾਂ ਕਨਫਿਊਜ਼ਨ ਜਿਹੜੀਆਂ ਉਹ ਕ੍ਰੀਏਟ ਹੋ ਰਹੀਆਂ, ਜਦ ਕਿ ਇੱਥੋਂ ਤੱਕ ਵੀ ਸਾਡੇ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਜੌਬਸ ਦੀਆਂ ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਉਹ ਘਟ ਰਹੀਆਂ, ਜਾਂ ਸਟੂਡੈਂਟਸ ਜੌਬਸ ਜਿਹੜੀਆਂ ਸਟੂਡੈਂਟਸ ਲੈ ਜਾਂਦੇ ਆ, ਲੋਕਾਂ ਨੂੰ ਜੌਬਸ ਨਹੀਂ ਮਿਲਦੀਆਂ। ਇਹ ਜਿਹੜੀਆਂ ਸਮੱਸਿਆਵਾਂ ਸੰਦੀਪ ਜੀ, ਹਾਲਾਂਕਿ ਜੇ ਆਪਾਂ ਜੌਬਸ ਦੀ ਗੱਲ ਕਰੀਏ ਤਾਂ ਕਰੀਬ 87,000 ਜੌਬ ਸਿਰਫ ਇੰਟਰਨੈਸ਼ਨਲ ਸਟੂਡੈਂਟ ਕਰਕੇ ਹੀ ਕੈਨੇਡਾ ਦੇ ਵਿੱਚ ਹੈਗੀ ਹੈ ਜੀ। ਜੇ ਆਪਾਂ ਟੈਕਸ ਦੀ ਗੱਲ ਕਰੀਏ ਤਾਂ 455 ਮਿਲੀਅਨ ਟੈਕਸ ਜਿਹੜਾ ਹੈਗਾ ਸਟੂਡੈਂਟਸ ਨੇ ਪੇ ਕੀਤਾ ਹੈ ਜਿਹੜੇ ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਸਾਲਾਂ ਦੇ ਦੌਰਾਨ। ਬਹੁਤ ਵੱਡਾ ਨੰਬਰ ਹੈ, ਬਹੁਤ ਵੱਡਾ ਇੱਕ ਪਾਰਟੀਸਪੇਸ਼ਨ ਹੈ ਇੰਟਰਨੈਸ਼ਨਲ ਸਟੂਡੈਂਟ ਦਾ। ਇੰਨੇ ਸਾਰੇ ਕਾਲਜ ਯੂਨੀਵਰਸਿਟੀਆਂ ਇਹਦੇ ਉੱਪਰ ਚੱਲਦੇ ਨੇ। ਫਿਰ ਸਾਡੀ ਕਮਿਊਨਿਟੀ ਦੇ ਵਿੱਚ ਸੰਦੀਪ ਜੀ ਇਹ ਕਿਸ ਤਰ੍ਹਾਂ ਦਾ ਇੱਕ ਵਿਚਾਰ ਪੈਦਾ ਹੋਣ ਲੱਗ ਪਿਆ ਕਿ ਸਾਡੀ ਕਮਿਊਨਿਟੀ ਇਹ ਸੋਚਣ ਲੱਗ ਪਈ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਨੇ ਉਹ ਕੈਨੇਡਾ ਦੇ ਉੱਪਰ ਬੋਝ ਬਣਦੇ ਜਾ ਰਹੇ, ਜਦ ਕਿ ਅਗਰ ਨੰਬਰਾਂ ਦੇ ਉੱਪਰ, ਸਟੈਟਿਕਸ ਦੇ ਉੱਪਰ, ਅਗਰ ਅਸੀਂ ਫਿਗਰਸ ਦੇ ਉੱਪਰ ਜਾਈਏ ਤਾਂ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਨੂੰ ਬਹੁਤ ਵੱਡੀ ਇਸ ਵੇਲੇ ਸਪੋਰਟ ਸਿਸਟਮ ਦਾ ਕੰਮ ਕਰਦਾ ਪਿਆ। ਕੁਲਵੀਰ ਜੀ, ਜਿਹੜਾ ਵਿਸ਼ਾ ਆ ਇਹ 2 ਦਿਨਾਂ ਤੋਂ ਜ਼ਿਆਦਾ ਭਖਿਆ। ਵੈਸੇ ਇਹ ਜਿਹੜੀ ਸੋਚ ਹੈਗੀ ਆ ਇਹ ਕਾਫੀ ਚਿਰ ਤੋਂ ਐਗਜ਼ਿਸਟ ਕਰਦੀ ਹੈਗੀ ਜੀ। ਮੈਂ ਸਮਝਦਾ ਹਾਂ ਕਿ ਉਸ ਮੀਡੀਆ ਚੈਨਲ ਜਾਂ ਉਹ ਜਿਹੜੇ ਇੰਡੀਵਿਜੂਅਲਸ ਨੇ ਉਹ ਸਾਡਾ ਟਾਰਗੇਟ ਨਹੀਂ ਹੈਗੇ ਇਸ ਬਿਲਕੁਲ। ਮੈਂ ਸ਼ੁਰੂ 'ਚ ਕਿਹਾ ਕਿ ਅਸੀਂ ਉਧਰ ਨੂੰ ਗੱਲ ਬਿਲਕੁਲ ਨਹੀਂ ਲੈ ਕੇ ਜਾਣੀ, ਅਸੀਂ ਗੱਲ ਸਿਰਫ ਸਟੂਡੈਂਟਸ ਦੇ ਹੱਕਾਂ ਦੀ ਕਰਨੀ ਆ, ਸਟੂਡੈਂਟਸ ਵਾਸਤੇ ਕਰਨੀ ਆ ਜੀ। ਮੇਰਾ ਟਾਰਗੇਟ ਪਰਸਨਲੀ ਉਹ ਸੋਚ ਆ ਜਿਹੜੀ ਇਸ ਭੈੜੀ ਸੋਚ ਖੜੀ ਹੋਈ ਆ। ਕਾਰਨ ਦੇਖੋ, ਪਿਛਲੇ ਲੰਬੇ ਸਮੇਂ ਦਾ ਅਗਰ ਮੈਂ ਹਿੰਦੁਸਤਾਨ ਦੀ ਗੱਲ ਕਰਾਂ ਤੇ ਉੱਥੇ ਮਨੂਵਾਦ ਨੇ ਇਨਸਾਨ ਨੂੰ 4 ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਰੱਖ ਦਿੱਤਾ। ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਹ ਦਿਮਾਗ ਦੇ ਵਿੱਚ ਬਾਰ-ਬਾਰ ਇਹ ਗੱਲ ਪਾਈ ਜਾ ਰਹੀ ਹੈ ਤੇ ਇਨਸਾਨ ਨੂੰ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਜਾਂ ਇੰਟਰਨੈਸ਼ਨਲ ਕਮਿਊਨਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਇੱਕ ਡਿਵੀਜ਼ਨ ਦੇ ਤੌਰ ਤੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ਦੇ ਉੱਤੇ ਕਿ ਜਿਹੜਾ ਕੈਨੇਡੀਅਨ ਆ ਉਹ ਸੁਪਰੀਮ ਆ ਤੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਆ ਉਹ ਡਿਪਰੈਸਡ ਆ, ਉਹ ਛੋਟੀ ਕਮਿਊਨਿਟੀਜ਼ ਨੇ। ਇਸ ਤਰੀਕੇ ਦੇ ਨਾਲ ਬੇਸਿਕਲੀ ਆਪਾਂ ਕਹਿ ਸਕਦੇ ਕਿ ਡਿਸਕ੍ਰਿਮੀਨੇਸ਼ਨ ਦਾ ਇੱਕ ਨਵਾਂ ਰੂਪ ਦੇਖ ਸਕਦੇ ਆਪਾਂ ਇਹਦੇ 'ਚ। ਜਿੱਥੇ ਤੱਕ ਤੁਸੀਂ ਕਿਹਾ ਕਿ ਮਿਸਅੰਡਰਸਟੈਂਡਿੰਗ ਤੇ ਕਨਫਿਊਜ਼ਨ ਦੀ ਗੱਲ ਆ, ਮੈਂ ਇਸ ਨੂੰ ਮਿਸਅੰਡਰਸਟੈਂਡਿੰਗ ਵੀ ਨਹੀਂ ਸਮਝਦਾ, ਕਨਫਿਊਜ਼ਨ ਵੀ ਨਹੀਂ ਸਮਝਦਾ। ਮੈਂ ਇਸ ਨੂੰ ਇੱਕ ਭੈੜੀ ਸੋਚ ਦੀ ਉਪਜ ਸਮਝਦਾ ਹਾਂ, ਇਹ ਉਹੀ ਉਪਜ ਆ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਪੈਦਾ ਕਰਦੀ ਹੈ। ਇਹ ਉਹੀ ਸੋਚ ਆ ਜਿਹੜੀ ਸੈਕਸ ਬੇਸਡ ਡਿਸਕ੍ਰਿਮੀਨੇਸ਼ਨ ਪੈਦਾ ਕਰਦੀ ਆ। ਇਹ ਉਹੀ ਸੋਚ ਆ ਜਿਹੜੀ ਗੋਤ ਦੇ ਆਧਾਰ ਦੇ ਉੱਤੇ ਇਨਸਾਨ ਨੂੰ ਡਿਵਾਈਡ ਕਰਦੀ ਆ। ਕੋਈ ਨਵੀਂ ਜਾਂ ਕੋਈ ਡਿਫਰੈਂਟ ਤਰੀਕੇ ਦਾ ਇਹ ਸੋਚ ਨਹੀਂ ਹੈਗੀ, ਇਹ ਇੱਕ ਬਿਮਾਰੀ ਹੈ। ਜਿੱਥੇ ਤੱਕ ਸਟੂਡੈਂਟਸ ਦੀ ਗੱਲ ਆ,
ਜਾਂ ਉਹਨਾਂ ਵੱਲੋਂ ਜੌਬਸ ਤੇ ਕਬਜ਼ਾ ਕਰਨ ਦੀ ਗੱਲ ਆ। ਦੇਖੋ 2-3 ਮੁੱਦੇ ਇਸ 'ਚੋਂ ਖੜੇ ਹੁੰਦੇ ਨੇ। ਪਹਿਲਾ ਤਾਂ ਤੁਸੀਂ ਆਪ ਹੀ ਨੰਬਰ ਦਿੱਤਾ, ਇਟਸ ਅ ਹਿਊਜ ਨੰਬਰ। ਬਿਲਕੁਲ 87,000 is almost close to 100,000। ਸੋ ਅਗਰ ਰਾਉਂਡ ਆਫ ਕਰਕੇ ਗੱਲ ਕਰਾਂ ਤਾਂ ਤਕਰੀਬਨ 1 ਲੱਖ ਜੌਬ ਐਗਜ਼ਿਸਟ ਹੀ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਸੰਦੀਪ ਜੀ, ਕਰਦੀ ਹੈ। ਇਹ 87,000 ਜੌਬ ਉਹ ਆ ਜਿਹੜੀ ਸਿੱਧੇ ਤੌਰ ਤੇ ਸਟੂਡੈਂਟਸ ਦੇ ਨਾਲ ਜੁੜੀ ਹੋਈ ਹੈ, ਯਾਨੀ ਕਿ ਕਾਲਜ, ਸਕੂਲ ਤੇ ਇੰਸਟੀਟਿਊਸ਼ਨਸ ਜਿਹੜੇ ਸਟੂਡੈਂਟਸ ਨਾਲ ਡੀਲ ਕਰਦੇ ਪਏ ਉਹਨਾਂ ਤੇ ਆ। ਜਿਹੜੀ ਸਿੱਧੇ ਤੌਰ ਤੇ ਸਟੂਡੈਂਟਸ ਕਰਕੇ ਜੁੜੀ ਹੋਈ ਹੈ, ਜਿਹੜੀ ਸੇਲ ਵੱਧ ਰਹੀ ਹੈ ਦੁਕਾਨਾਂ ਦੇ ਉੱਪਰ, ਜਿਹੜੀ ਜਿਹੜਾ ਕਮਾਈਆਂ ਵੱਧ ਰਹੀਆਂ, ਜਿਹੜਾ ਹੋਰ ਜਿੰਨਾ ਸਟੂਡੈਂਟ ਜਿਹੜਾ ਇੱਥੇ ਦਾ ਇਨਫਰਾਸਟ੍ਰਕਚਰ ਯੂਜ਼ ਕਰ ਰਿਹਾ, ਜਿਹੜੀ ਉਹਦੇ ਵਿੱਚ ਸਟੂਡੈਂਟਸ ਤੇ ਆਉਣ ਕਰਕੇ, ਅਗਰ 3-4 ਲੱਖ ਸਟੂਡੈਂਟ ਹੈ ਉਹਦੇ ਕਰਕੇ ਬੱਸਾਂ ਵੀ ਜ਼ਿਆਦਾ ਚਲਾਉਣੀਆਂ ਪੈਣਗੀਆਂ, ਉਹਦੇ ਕਰਕੇ ਟੈਕਸੀ ਵੀ ਜ਼ਿਆਦਾ ਚੱਲੇਗੀ, ਉਹਦੇ ਕਰਕੇ ਗਰੋਸਰੀ ਵੀ ਜ਼ਿਆਦਾ ਵਿਕੇਗੀ, ਕੱਪੜਾ ਵੀ ਜ਼ਿਆਦਾ ਵਿਕੇਗਾ। ਉਹ ਵੀ ਕਿਤੇ ਨਾ ਕਿਤੇ ਜੇ ਆਪਾਂ ਸਿੱਧੇ ਤੌਰ ਤੇ ਦੇਖੀਏ ਬਹੁਤ ਵੱਡੀ ਕੰਟਰੀਬਿਊਸ਼ਨ ਹੋ ਜਾਂਦੀ ਹੈ। ਬਿਲਕੁਲ ਜੀ, ਉਹ ਤਾਂ ਆਪਾਂ ਆਲਰੇਡੀ ਗੱਲ ਕੀਤੀ ਆ ਕਿ ਜਿਹੜਾ ਰੈਵਨਿਊ ਆ ਉਹ ਬਹੁਤ ਵੱਡਾ ਆ। $8 ਬਿਲੀਅਨ 8 ਬਿਲੀਅਨ ਵੀ, ਜਿਹੜੀ 8 ਬਿਲੀਅਨ ਦੀ ਵੀ ਸੰਦੀਪ ਜੀ ਆਪਾਂ ਗੱਲ ਕਰਦੇ ਹਾਂ, ਸਿੱਧਾ ਸਟ੍ਰੇਟ ਰੈਵਨਿਊ ਆ ਜਿਹੜਾ ਸਟੂਡੈਂਟ ਕੈਨੇਡਾ ਦੇ ਵਿੱਚ ਆ ਕੇ ਪੇ ਕਰਦੇ ਫੀਸਾਂ ਦੇ ਜ਼ਰੀਏ। ਬਿਲਕੁਲ ਜੀ। ਸੋ ਜਿੱਥੇ ਤੱਕ ਜੌਬਸ ਦੀ ਗੱਲ ਹੈਗੀ ਆ, ਐਕਚੁਅਲ ਦੇ ਵਿੱਚ ਮੈਂ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਡੀਆ ਦੇ ਅਲੱਗ-ਅਲੱਗ ਚੈਨਲਸ ਤੇ ਰੇਡੀਓਜ਼ ਤੇ ਜਾ ਰਿਹਾ ਹਾਂ ਜਦੋਂ ਦਾ ਇਹ ਮੁੱਦਾ ਹਾਈਲਾਈਟ ਹੋਇਆ ਆ। ਉਸ 'ਚ ਬਾਰ-ਬਾਰ ਮੈਂ ਇਹ ਗੱਲ ਕਹੀ ਆ ਕਿ ਸਟੂਡੈਂਟਸ ਦੇ ਨਾਲ ਡਿਸਕ੍ਰਿਮੀਨੇਸ਼ਨਸ ਹੋ ਰਹੀਆਂ ਨੇ। ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇੱਕ ਡਿਪਰੈਸਡ ਜਾਂ ਦੱਬਿਆ ਹੋਇਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕੁਲਵੀਰ ਜੀ, ਮੇਰਾ ਜਨਮ ਕੈਨੇਡਾ ਦਾ ਆ ਜੀ। ਮੇਰੇ ਫਾਦਰ ਸਾਹਿਬ 80s ਦੇ ਵਿੱਚ 81 82 ਦੇ ਲਾਗੇ ਕੈਨੇਡਾ ਦੇ ਵਿੱਚ ਆਏ। ਮੇਰੇ ਮਦਰ ਤਕਰੀਬਨ 16-17 ਸਾਲ ਦੇ ਸਨ ਜਦੋਂ ਉਹ ਕੈਨੇਡਾ ਦੇ ਵਿੱਚ ਆਏ। ਕਹਿਣ ਦਾ ਭਾਵ ਇਹ ਆ ਕਿ ਜਿਹੜੇ ਬੰਦੇ ਮੇਰੇ ਵਰਗਿਆਂ ਦਾ ਜਨਮ ਵੀ ਇੱਥੇ ਹੋਇਆ ਉਹ ਲੋਕ ਵੀ ਐਕਚੁਅਲ ਦੇ ਵਿੱਚ ਤਾਂ ਇਮੀਗ੍ਰੈਂਟ ਹੀ ਨੇ। ਸੋ ਐਕਚੁਅਲ ਜਿਹੜੀ ਕੈਨੇਡਾ ਧਰਤੀ ਆ ਇਹ ਇਮੀਗ੍ਰੈਂਟਸ ਦੀ ਧਰਤੀ। ਬਿਲਕੁਲ, ਅਸੀਂ ਇਸੇ ਕਰਕੇ ਮਲਟੀਕਲਚਰਲ ਕਹਿੰਦੇ ਆ ਇਹਨੂੰ। ਹੋਰ ਜਿਹੜੀ ਡਿਬੇਟ ਅਸੀਂ 2 ਦਿਨ ਪਹਿਲਾਂ ਸੁਣੀ ਆ, ਮਾਫ ਕਰਿਓ, ਉਹ ਬੰਦੇ ਦਾ ਜਨਮ ਕੈਨੇਡਾ ਦਾ ਨਹੀਂ ਹੈਗਾ। ਉਹ ਬੰਦਾ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਉਂਗਲ ਚੱਕਦਾ ਆ, ਮੈਨੂੰ ਇਸ ਗੱਲ ਤੇ ਹੈਰਾਨੀ ਆ। ਸੰਦੀਪ ਜੀ ਮੇਰਾ ਖਿਆਲ ਆ ਉਸ ਬੰਦੇ ਤੇ ਨਹੀਂ ਆ ਰਿਹਾ। ਸੰਦੀਪ ਜੀ ਮੈਂ ਤੁਹਾਨੂੰ ਕਹਾਂਗਾ ਆਪਾਂ ਕਿਸੇ ਨੇ ਕਿਸੇ ਸ਼ੋਅ ਦੇ ਵਿੱਚ ਕੀ ਕਿਹਾ ਆਪਾਂ ਉਹਨੂੰ ਡਿਸਕਸ ਨਾ ਕਰੀਏ, ਕਿਉਂਕਿ ਆਲਰੇਡੀ ਜਿਹੜਾ ਸਟੂਡੈਂਟ ਵਰਗ ਹੈਗਾ ਕਾਫੀ ਸਟ੍ਰੈਸਡ ਵੀ ਆ, ਦੁਖੀ ਵੀ ਆ। ਅਸੀਂ ਉਹਨੂੰ ਨਾ ਦੁਹਰਾਈਏ। ਅਸੀਂ ਗੱਲ ਕਰਦੇ ਆ ਕਿ ਦੇਖੋ ਉਸ ਮੁੱਦੇ ਨੂੰ ਅਗਰ ਤੁਸੀਂ ਬਿਮਾਰੀ ਦੀ ਜੜ ਨੂੰ ਕਰਨਾ ਤਾਂ ਤੁਹਾਨੂੰ ਉਹ ਸਮਝਣੀਆਂ ਪੈਣਗੀਆਂ। ਅਸੀਂ ਕਹਿੰਦੇ ਬਿਮਾਰੀ ਦੀ ਗੱਲ ਜ਼ਰੂਰ ਕਰਾਂਗੇ, ਉਸੇ ਸਾਈਕੋਲੋਜੀ ਦੀ, ਉਸੇ ਬਿਮਾਰੀ ਦੀ, ਉਸੇ ਜਿਹੜਾ ਦਿਮਾਗਾਂ ਦੀ ਉਪਜ ਆ ਉਹਦੇ ਗੱਲ ਜ਼ਰੂਰ ਕਰਨੀ ਆਪਾਂ। ਹਾਂਜੀ। ਸੋ ਜਿੱਥੇ ਤੱਕ ਗੱਲ ਹੈਗੀ ਹੈ ਕਿ ਉੱਥੇ ਕੀ ਲਈ ਉਹਦਾ, ਕਿਉਂਕਿ ਗੱਲ ਸਾਰੀ ਉੱਥੋਂ ਉੱਪਰੀ ਆ, ਸੋ ਉਸਦੇ ਬਾਰੇ ਉਹਦੇ ਵਿੱਚ ਜਿਹੜੇ ਸਿੰਪਟਮਸ ਨੇ ਉਹ ਜ਼ਰੂਰ ਡਿਸਕਸ ਕਰਨੇ ਚਾਹੀਦੇ ਨੇ ਜੀ। ਸੋ ਮੈਂ ਇਹ ਗੱਲ ਕਹਿਣਾ ਚਾਹ ਰਿਹਾ ਕਿ ਜਿਹੜੇ ਬੱਚਿਆਂ ਦਾ ਜਨਮ ਕੈਨੇਡਾ ਦੇ ਵਿੱਚ ਹੋਇਆ ਉਹਨਾਂ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦਾ ਬਹੁਤ ਵਧੀਆ ਰਿਲੇਸ਼ਨਸ ਆ। ਅਸੀਂ ਯੂਨੀਵਰਸਿਟੀਆਂ 'ਚ ਗਏ ਆ, ਸਾਡੇ ਬਹੁਤ ਕਲੋਜ਼ ਫਰੈਂਡਸ ਨੇ, ਅੱਜ ਵੀ ਸਾਡੇ ਕਾਫੀ ਫਰੈਂਡਸ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ। ਸਾਨੂੰ ਕਦੀ ਇੱਦਾਂ ਨਹੀਂ ਫੀਲ ਹੋਇਆ ਕਿ ਉਹ ਸਾਡੇ ਤੋਂ ਅਲੱਗ ਨੇ ਜਾਂ ਸਾਡੇ ਤੋਂ ਨੀਵੇਂ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹਨੂੰ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਮਿਸਕਨਸੈਪਟ ਨਹੀਂ ਜਾਣਾ ਚਾਹੀਦਾ। ਇਹ ਇੱਕ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਕੈਨੇਡੀਅਨ ਬੌਰਨ ਜਿਹੜੇ ਨੇ ਜਾਂ ਜਿਹੜੇ ਕੈਨੇਡੀਅਨਸ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨਾਲ ਨਹੀਂ ਖੜੇ। ਮੈਂ ਇੱਥੇ ਅੱਜ ਠੋਕ ਕੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਹਰ ਪੱਖ ਨਾਲ ਖੜੇ ਹਾਂ। ਦੂਜੀ ਗੱਲ ਇੱਕ ਸੈਕਿੰਡ ਤੁਸੀਂ ਜਲਦੀ ਖਤਮ ਕਰੋ, ਮੈਂ ਬਾਕੀ ਵੀ ਦੂਜੀ ਗੱਲ ਦੇਖੋ, ਉਹ ਛੋਟੇ ਭਰਾ ਭੈਣ ਨੇ, ਉਹ ਸਾਡੇ ਬੱਚੇ ਨੇ। ਆਫ ਕੋਰਸ ਅਗਰ ਮੇਰੇ ਕਈ ਇੱਥੇ ਕੈਨੇਡੀਅਨ ਬੌਰਨ ਨੇ ਜਿਹੜੇ ਕਿ ਨਾ ਗੱਲ ਸੰਗਤ 'ਚ ਗਏ, ਬਟ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਕੈਨੇਡੀਅਨ ਸਟੂਡੈਂਟਸ ਮਾੜੇ ਹੋ ਗਏ। ਇੰਟਰਨੈਸ਼ਨਲ ਸਟੂਡੈਂਟਸ ਵੀ ਕੋਈ 1 2 3 4 ਵਾਟਐਵਰ ਹੋ ਸਕਦਾ ਕਿ ਉਹਨਾਂ ਤੋਂ ਕੋਈ ਗਲਤੀਆਂ ਹੋਈਆਂ ਹੋਣ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੂਰੇ ਦੇ ਪੂਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਸ ਕਟਹਿਰੇ ਦੇ ਵਿੱਚ ਖੜਾ ਕਰ ਦਿਓ ਕਿ ਸਾਰੇ ਸਟੂਡੈਂਟਸ ਇਦਾਂ ਦੇ ਹੁੰਦੇ ਆ। ਜਿਹੜੀ ਮੇਜਰ ਗੱਲ ਮੈਂ ਜ਼ਰੂਰ ਛੇੜਨੀ ਚਾਹੁੰਦਾ ਹਾਂ ਉਹ ਗੱਲ ਕਹਿ ਕੇ ਮੈਂ ਖਤਮ ਕਰਾਂਗਾ ਜੀ, ਕਿ ਜਿਹੜਾ ਇਸ਼ੂ ਆ ਇਹਨੂੰ ਤੁਸੀਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੋਂ ਅਲੱਗ ਹੋ ਕੇ ਨਹੀਂ ਦੇਖ ਸਕਦੇ। ਦੂਸਰਾ ਜਿਹੜਾ ਇਹਦੇ ਨਾਲ ਇਸ਼ੂ ਆ ਉਹ ਹੈਗਾ ਕਿ ਫੀਮੇਲ ਰਿਸਪੈਕਟ ਦੀ ਜਿਹੜੀ ਗੱਲ ਆ, ਭਾਵੇਂ ਉਹ ਇੰਟਰਨੈਸ਼ਨਲ ਤੌਰ ਤੇ ਹੋਵੇ ਭਾਵੇਂ ਉਹ ਡੋਮੈਸਟਿਕ ਤੌਰ ਤੇ ਹੋਵੇ,
ਉਹਨੂੰ ਵਾਇਲੇਟ ਕਰਨ ਵਾਲੇ ਨੂੰ ਤੁਸੀਂ ਮਾਫ ਨਹੀਂ ਕਰ ਸਕਦੇ ਹੈਗੇ। ਇਸ ਦੇ ਵਿੱਚ ਕਹਿਣ ਦਾ ਭਾਵ ਇਹ ਆ ਕਿ ਅਗਰ ਪੰਜਾਬੀਆਂ ਦੀ ਖਾਸ ਕਰਕੇ ਅਗਰ ਗੱਲ ਕਰਾਂ, ਪੰਜਾਬੀ ਤਾਂ ਹਮੇਸ਼ਾ ਦੂਸਰੀਆਂ ਕਮਿਊਨਿਟੀਜ਼, ਦੂਸਰੀਆਂ ਦੇ ਮਾਵਾਂ ਭੈਣਾਂ ਦਾ ਪਰਦਾ ਕੱਜਦੇ ਆਏ ਨੇ। ਐਜ਼ ਕਿ ਸਾਨੂੰ ਇਹੋ ਜਿਹੀ ਸਿਚੁਏਸ਼ਨ ਤੇ ਖੜਾ ਕੀਤਾ ਗਿਆ ਹੈ ਜਿਹਦੇ ਸਾਡੀਆਂ ਆਪਣੀਆਂ ਮਾਵਾਂ ਭੈਣਾਂ ਦੇ ਉੱਤੇ ਉਂਗਲਾਂ ਚੱਕੀਆਂ ਗਈਆਂ, ਸਾਡੀਆਂ ਬੱਚੀਆਂ ਦੇ ਉੱਤੇ ਉਂਗਲਾਂ ਚੱਕੀਆਂ ਗਈਆਂ ਨੇ। ਸੋ ਮੈਂ ਸਮਝਦਾ ਕਿ ਇਹ ਜਿਹੜਾ ਮੈਸੇਜ ਆ ਰਿਹਾ ਹੈ ਕਿ ਫੀਮੇਲਸ ਆਰ ਜਸਟ ਅ ਸੈਕਸ ਆਬਜੈਕਟ, ਦਿਸ ਇਜ਼ ਟੋਟਲੀ ਰੋਂਗ, ਤੇ ਇਹਨੂੰ ਜਿੰਨੀ ਸਟਰੋਂਗਲੀ ਕੰਡੈਮ ਕੀਤਾ ਜਾਵੇ ਉਹਨਾਂ ਕਰਨਾ ਚਾਹੀਦਾ ਆ। ਇਹ ਕੋਈ ਸਹੀ ਮੈਸੇਜ ਨਹੀਂ ਹੈਗਾ। ਬਿਲਕੁਲ ਸੰਦੀਪ ਜੀ, ਮੈਂ ਅਕਸਰ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਉੱਥੋਂ ਪੰਜਾਬ ਤੋਂ ਸਾਡੇ ਬੱਚੇ ਆਉਂਦੇ ਆ ਇੱਥੇ, ਉਹਨਾਂ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਆ, ਕਿੰਨੀ ਅੱਜ ਦੀ ਤਰੀਕ ਦੇ ਵਿੱਚ ਬਾਹਰ ਠੰਡ ਹੁੰਦੀ ਆ। ਜਿਹੜੇ ਲੋਕ ਇੱਥੇ ਅਸੀਂ ਕੈਨੇਡਾ ਦੇ ਵਿੱਚ ਸੈਟਲ ਲੋਕ ਹਾਂ, ਅਸੀਂ ਗੱਡੀਆਂ ਦੇ ਵਿੱਚ ਲੰਘ ਜਾਂਦੇ ਹਾਂ ਹੀਟਾਂ ਔਨ ਕਰਕੇ। ਬੱਸ ਸਟਾਪਸ ਦੇ ਉੱਪਰ ਤੁਸੀਂ ਦੇਖੋ ਕਿੰਨੀ ਸਨੋ ਪਈ ਹੁੰਦੀ, ਸਟੂਡੈਂਟਸ ਖੜੇ ਹੁੰਦੇ ਨੇ, 20 ਘੰਟੇ ਉਹਨਾਂ ਨੂੰ ਮਿਲਦੇ ਨੇ ਕੰਮ ਕਰਨ ਵਾਸਤੇ। ਉਹ 20 ਘੰਟੇ ਕੰਮ ਕਰਦੇ ਨੇ, ਫਿਰ ਪੜ੍ਹਦੇ ਵੀ ਨੇ, ਆਪਣੇ ਆਪ ਨੂੰ ਉਹਨਾਂ ਨੇ ਸਪੋਰਟ ਵੀ ਕਰਨਾ। ਅਗਰ ਉਹਨਾਂ ਦੀ ਫੀਸ ਦੀ ਮੈਂ ਗੱਲ ਕਰਾਂ, ਕਿੰਨੀ ਫੀਸ ਪੇ ਕਰਦੇ ਆ। ਸਾਡੀ ਜੋ ਕੈਨੇਡੀਅਨ ਸਟੂਡੈਂਟਸ ਦੇ ਨਾਲੋਂ, ਜਿਹੜੇ ਕੈਨੇਡੀਅਨ ਸਿਟੀਜ਼ਨ ਸਟੂਡੈਂਟ ਜਾਂ ਪੀਆਰ ਸਟੂਡੈਂਟਸ ਹੈਗੇ ਆ, ਉਹਨਾਂ ਦੇ ਨਾਲੋਂ 5 ਗੁਣਾ ਤੋਂ ਲੈ ਕੇ ਕਰੀਬ 7-8 ਗੁਣਾ ਤੱਕ ਉਹਨਾਂ ਨੂੰ ਫੀਸ ਪੇ ਕਰਨੀ ਪੈਂਦੀ ਹੈ। ਉਹ ਆਪਣੇ ਆਪ ਨੂੰ ਸਪੋਰਟ ਵੀ ਕਰਦੇ ਨੇ, ਉਹਨਾਂ ਨੂੰ ਆਪਣਾ ਰਹਿਣਾ ਵੀ ਦੇਖਣਾ ਹੁੰਦਾ, ਉਹਨਾਂ ਨੇ ਆਪਣਾ ਦੇਖਣਾ ਹੁੰਦਾ। ਬਹੁਤ ਜਿਹੜੀ ਟਫ ਲਾਈਫ ਹੈ। ਮੈਂ ਮੰਨਦਾ ਕਿ ਹਰ ਇਮੀਗ੍ਰੈਂਟ ਦੀ ਲਾਈਫ ਸ਼ੁਰੂਆਤੀ ਦੌਰ ਦੇ ਵਿੱਚ ਟਫ ਹੁੰਦੀ ਹੈ, ਪਰ ਸਟੂਡੈਂਟ ਏਜ, ਕਿਉਂਕਿ ਅਸੀਂ ਉਸ ਕਲਚਰ ਤੋਂ ਆਉਂਦੇ ਹਾਂ ਜਿੱਥੇ ਆਪਣੇ ਆਪ ਨੂੰ ਸਪੋਰਟ ਕਰਨ ਦਾ ਬਿਲਕੁਲ ਵੀ ਖਿਆਲ ਨਹੀਂ ਆਉਂਦਾ। ਅਸੀਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪੇਰੈਂਟਸ ਸਪੋਰਟ ਕਰਦੇ ਆ, ਪਰ ਜਦੋਂ ਸਾਡੇ ਬੱਚੇ ਇੱਥੇ ਆਉਂਦੇ ਉਹਨਾਂ ਨੂੰ ਆਪਣੇ ਆਪ ਨੂੰ ਸਪੋਰਟ ਕਰਨਾ ਹੁੰਦਾ। ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਹੈਗੀ ਆ ਮਿਹਨਤ ਔਰ ਸਟਰਗਲ ਜ਼ਿਆਦਾ ਕਰਨੀ ਪੈਂਦੀ ਆ। ਉਹਦੇ ਵਿੱਚੋਂ ਅਗਰ ਕੁਝ ਸਟੂਡੈਂਟ ਅਗਰ ਗਲਤੀ ਕਰਦੇ, ਆਪਾਂ ਪੂਰੀ ਸਟੂਡੈਂਟ ਕਮਿਊਨਿਟੀ ਨੂੰ ਬਿਲਕੁਲ ਵੀ ਟਾਰਗੇਟ ਨਹੀਂ ਕਰ ਸਕਦੇ। ਪੂਰੀ ਸਟੂਡੈਂਟ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਲੀ ਉੱਦਾਂ ਦੀ ਗੱਲ ਆ ਜਿੱਦਾਂ ਤੁਸੀਂ ਕਿਹਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਵੀ ਇੱਕ ਬੰਦੇ ਨੇ ਕੋਈ ਜੁਰਮ ਕੀਤਾ ਤੇ ਤੁਸੀਂ ਸਾਰੀ ਕਮਿਊਨਿਟੀ ਨੂੰ ਉਹਦਾ ਜਿਹੜਾ ਹੈਗੇ ਸਜ਼ਾ ਦੇਣ ਦੀ ਗੱਲ ਕਰਦੇ ਹੋ। ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ। ਚਾਹੇ ਅਸੀਂ ਕੈਨੇਡੀਅਨ ਬੋਰਨ ਹੋਈਏ, ਚਾਹੇ ਅਸੀਂ ਬਾਹਰੋਂ ਇਮੀਗ੍ਰੈਂਟ ਹੋਈਏ, ਚਾਹੇ ਸਟੂਡੈਂਟ ਹੋਈਏ, ਕਮੀਆਂ ਕਿਸੇ ਨਾ ਕਿਸੇ, ਜੇ 100 ਦੇ ਵਿੱਚੋਂ ਇੱਕ ਬੰਦੇ ਵਿੱਚ ਕਮੀ ਕਿਸੇ ਨਾ ਕਿਸੇ ਤਰੀਕੇ ਦੀ ਹੋ ਸਕਦੀ ਆ। ਮੈਂ ਅਜੀਤ ਜੀ ਨੂੰ ਲੈਣਾ ਚਾਹਾਂਗਾ। ਅਜੀਤ ਜੀ, ਤੁਹਾਡਾ ਕੀ ਕਹਿਣਾ ਜੀ? ਸਾਡੇ ਸਟੂਡੈਂਟਸ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਹੈਗੀਆਂ, ਇੱਕ ਤਾਂ ਸਮੱਸਿਆ ਇਹ ਹੈ ਕਿ ਉਹਨਾਂ ਨੇ ਜਦੋਂ ਇਮੀਗ੍ਰੇਸ਼ਨ ਲੈਣੀ ਹੁੰਦੀ ਆ, ਉਹ ਉਹਨਾਂ ਦੀ ਇੱਕ ਅਲੱਗ ਸਮੱਸਿਆ ਹੈਗੀ ਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਲੈਣੀ ਆ, ਉਹਦੇ ਵਾਸਤੇ ਉਹਨਾਂ ਦਾ ਕ੍ਰਾਈਟੇਰੀਆ ਕੀ ਹੈ, ਐਲੀਜੀਬਿਲਟੀ ਕੀ ਹੈਗੀ ਆ। ਉਸ ਤੋਂ ਇਲਾਵਾ ਜਿਹੜੀਆਂ ਆਪਾਂ ਰੋਜ਼ਮर्रा ਦੀ ਜ਼ਿੰਦਗੀ ਜੀਣ ਵਾਸਤੇ ਵੀ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ। ਸੰਦੀਪ ਜੀ ਨੇ ਗੱਲ ਕੀਤਾ ਕਿ ਉਹ ਜਿਹੜੇ ਕੈਨੇਡੀਅਨ ਸਟੂਡੈਂਟਸ ਹੈਗੇ ਆ ਜਾਂ ਔਰ ਇੰਟਰਨੈਸ਼ਨਲ ਸਟੂਡੈਂਟਸ ਹੈਗੇ, ਉਹਨਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਗੱਲ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟ ਜਲਦੀ ਮਿਕਸ ਨਹੀਂ ਹੋ ਪਾਉਂਦੇ ਕੈਨੇਡੀਅਨ ਸਟੂਡੈਂਟਸ ਨਾਲ। ਲੈਂਗੁਏਜ ਦੀ ਥੋੜੀ ਪ੍ਰੋਬਲਮ ਹੁੰਦੀ, ਹਾਲਾਂਕਿ ਇੰਗਲਿਸ਼ ਬਹੁਤ ਚੰਗੀ ਹੁੰਦੀ ਹੈ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੀ, ਪਰ ਕੈਨੇਡੀਅਨ ਐਕਸੈਂਟ ਜਾਂ ਈਡੀਅਮਸ ਜਿਹੜੇ ਕੈਨੇਡੀਅਨਸ ਵਰਤਦੇ ਆ, ਉਹਨਾਂ ਨੂੰ ਸਮਝਣ ਵਾਸਤੇ ਕੁਝ ਸਮਾਂ ਲੱਗਦਾ। 2-4-6 ਮਹੀਨਿਆਂ ਦੇ ਵਿੱਚ ਉਹ ਮਿਕਸਅਪ ਵੀ ਹੋ ਜਾਂਦੇ ਆ। ਅਜੀਤ ਜੀ, ਤੁਹਾਡਾ ਕੀ ਕਹਿਣਾ ਸਟੂਡੈਂਟਸ ਦੇ ਇਸ ਮੁੱਦੇ ਦੇ ਉੱਤੇ ਜੀ? ਦੇਖੋ ਜੀ, ਗੱਲ ਇਹ ਹੈ ਕਿ ਜਦੋਂ ਕੈਨੇਡਾ ਇਮੀਗ੍ਰੈਂਟਸ ਨੂੰ ਵੈਲਕਮ ਔਰ ਉਹ ਆਸ ਕੀਤੀ ਜਾਂਦੀ ਹੈ ਕਿ ਹਰ ਸਾਲ ਇਮੀਗ੍ਰੈਂਟਸ ਲੈਣੇ ਚਾਹੁੰਦਾ, ਤਦ ਫਿਰ ਸਟੂਡੈਂਟਸ ਨੂੰ ਇਹ ਕਿਉਂ ਕਿਹਾ ਜਾਂਦਾ ਕਿ ਉਹਨਾਂ ਨੂੰ ਅਨਵੈਲਕਮ ਕਰਨਾ ਚਾਹੀਦਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ? ਘੱਟੋ ਘੱਟ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਦੀ ਸੁਸਾਇਟੀ ਦੇ ਵਿੱਚ ਜਿਹੜੇ ਵੱਡੇ ਆਉਣਗੇ ਇਮੀਗ੍ਰੈਂਟਸ, ਉਹਨਾਂ ਨਾਲ ਛੇਤੀ ਅਸਿਮੀਲੇਟ ਹੋ ਸਕਦੇ ਨੇ, ਛੇਤੀ ਉਹ ਕੈਨੇਡੀਅਨ ਰਹਿਣ ਬਹਿਣ। ਅਜੀਤ ਜੀ, ਤੁਹਾਡੀ ਆਵਾਜ਼ ਮੈਨੂੰ ਅੱਜ ਕੋਈ ਸਾਫ਼ ਸੁਣਾਈ ਨਹੀਂ ਦੇ ਰਹੀ। ਛੇਤੀ ਸਿੱਖ ਸਕਦੇ ਨੇ ਜੀ ਅਜੀਤ ਜੀ। ਤਦ ਫਿਰ ਉਹਨਾਂ ਕਰਨਾ ਹੈਗਾ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਤੁਸੀਂ ਗੱਲਬਾਤ ਕੀਤੀ ਹੈ, ਉਹ ਤੋਂ ਜ਼ਾਹਰ ਹੁੰਦਾ ਹੈ ਕਿ ਕਿਸੇ ਨੇ ਉਹਨਾਂ ਤੇ ਭੱਦੀ ਜਿਹੜੀ ਹੈਗੀ ਕੋਈ ਕਮੈਂਟ ਕੀਤੀ, ਇਹ ਉਸ ਬੰਦੇ ਦੀ ਜਾਂ ਉਸ ਸਮੂਹ ਦੀ ਗੰਦੀ ਸੋਚ ਨੂੰ ਬੜਾ ਬੁਰੀ ਤਰ੍ਹਾਂ ਨੰਗਾ ਕੱਢ। ਕਿਉਂਕਿ ਜੇ ਕੋਈ ਘਾਟ ਦੀ ਗੱਲ ਕੀਤੀ ਜਾਂਦੀ ਹੈ, ਦੇਖਣ ਵਾਲੀ ਗੱਲ ਇਹ ਹੈ ਕਿ ਕਿਆ ਟੋਟਲ ਸੁਸਾਇਟੀ 'ਚੋਂ ਘਾਟਾ ਹੈ ਨਹੀਂ,
ਜਿਹੜੀਆਂ ਸਟੂਡੈਂਟਸ ਦੇ ਵਿੱਚ ਲੱਗ ਕਿ ਉਹਨਾਂ ਦੀ ਨੁਕਤਾ ਕਿੰਨੀ ਜੇ ਸਾਰੀ ਸੁਸਾਇਟੀ ਵਿੱਚ ਹੈ ਇਨਸੂਲੇਟ ਕਰਕੇ ਨੁਕਤਾਚੀਨੀ ਜਾਂ ਆਲੋਚਨਾ ਦਾ ਟਾਰਗੇਟ ਕਰਦੇ ਹੋ। ਉਸ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੈ ਕਿ ਬੈਕ ਹੋਮ ਕਿ ਆ ਜਿੱਥੋਂ ਸਟੂਡੈਂਟ ਆਉਂਦੇ ਨੇ ਜਾਂ ਜਿੱਥੋਂ ਉਹ ਲੋਕੀ ਵੀ ਆਉਂਦੇ ਨੇ ਜਿਹੜੀ ਉਹਨਾਂ ਦੀ ਕਿਸੇ ਗੱਲਾਂ ਕਰਕੇ ਨੁਕਤਾਚੀਨੀ ਕਰਦੇ ਨੇ, ਬੈਕ ਹੋਮ ਉਸ ਸੁਸਾਇਟੀ 'ਚ ਉਹ ਘਾਟਾ ਹੈ ਨਹੀਂ। ਕਿਆ ਉਹ ਸਟੂਡੈਂਟ ਜੇ ਉੱਥੇ ਹੋਣ ਤਾਂ ਉੱਥੇ ਉਹਨਾਂ ਘਾਟਾਂ ਦੇ ਸ਼ਿਕਾਰ ਨਹੀਂ ਹੋ ਸਕਦੇ? ਫਿਰ ਜੇ ਸਾਰੇ ਥਾਂ ਪ੍ਰਵਿਰਤੀ ਕੋਈ ਇਹੋ ਜਿਹੀ ਹੈਗੀ, ਜੇ ਉਹਦੀ ਆਲੋਚਨਾ ਤਾਂ ਸਮੁੱਚੀ ਪ੍ਰਵਿਰਤੀ ਦੀ ਆਲੋਚਨਾ ਤਾਂ ਕੀਤੀ ਜਾ ਸਕਦੀ ਹੈ। ਵਾਈ ਓਨਲੀ ਸਟੂਡੈਂਟਸ? ਇੱਥੋਂ ਇੱਕ ਪਤਾ ਲੱਗਦਾ ਹੈ ਕਿ ਕਈ ਲੋਕ ਜਿਹੜੇ ਇੱਥੇ ਸਥਾਪਿਤ ਹੋ ਗਏ, ਮੈਨੂੰ ਉਹ ਲੋਕ ਲੱਗਦੇ ਨੇ ਜਿਹੜੇ ਪਹਿਲਾਂ ਇੱਥੇ ਸਥਾਪਿਤ ਹੋ ਚੁੱਕੇ ਨੇ, ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਜੇ ਸਭ ਕੁਝ ਇੱਥੇ ਕੋਈ ਉੱਥੇ ਬੈਟਰ ਲਾਈਫ ਦੂਜੇ ਮੁਲਕਾਂ ਨਾਲੋਂ ਇੱਥੇ ਮਿਲ ਸਕਦੀ ਹੈ ਤਦੇ ਲੋਕ ਇੱਥੇ ਨੂੰ ਆਉਂਦੇ ਨੇ, ਤਾਂ ਸ਼ਾਇਦ ਅਸੀਂ ਜੇ ਉਹਦਾ ਹਿੱਸਾ ਹੋਗੇ ਤੇ ਹੋਰ ਲੋਕ ਵੈਲਕਮ ਨਹੀਂ ਹੈਗੇ। ਉਹ ਪਤਾ ਨਹੀਂ ਸਾਡੇ ਵੱਲੋਂ ਕੋਈ ਖੋਹ ਲੈਣਗੇ। ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ, ਹਰ ਇੱਕ ਨੇ ਆਪਣੀ ਥਾਂ ਬਣਾਉਣੀ ਹੁੰਦੀ ਹੈ। ਸੋ ਪਰ ਫਿਰ ਜਦੋਂ ਬੰਦਾ ਆਉਂਦਾ, ਤੁਸੀਂ ਉਹ ਜਿਹੜੀਆਂ ਇਸ ਮੁਲਕ ਨੂੰ ਉਹਨਾਂ ਦੇ ਆਉਣ ਨਾਲ ਫਾਇਦੇ ਹੋ ਸਕਦੇ ਨੇ ਬਹੁਤ ਡਿਟੇਲ 'ਚ ਗਿਣਾ ਚੁੱਕੇ ਹੋ, ਉਹ ਮੈਂ ਦੁਬਾਰਾ ਕਹਾਂਗਾ। ਪਰ ਫਿਰ ਮੈਂ ਇਹ ਕਹਿੰਦਾ ਕਿ ਜਿਹੜੇ 올ਡ ਏਜ ਦੇ, ਵੱਧ ਏਜ ਦੇ, ਮਿਡਲ ਏਜ ਦੇ ਆਉਂਦੇ ਨੇ ਲੋਕੀ ਇੱਥੇ, ਉਹਨਾਂ ਨਾਲੋਂ ਸਟੂਡੈਂਟਸ ਬੈਟਰ ਇੱਥੇ ਦੀ ਐਜੂਕੇਸ਼ਨ ਹੋ ਜਾਂਦੀ ਹੈ, ਇੱਥੇ ਦੇ ਕਲਚਰ ਨੂੰ ਉਹ ਅਡਾਪਟ ਜਲਦੀ ਕਰ ਲੈਂਦੇ ਆ ਜੀ। ਜੀ ਅਜੀਤ ਜੀ, ਮੈਂ ਜੀ ਆਲੋਚਨਾ ਕਰਨੀ ਹੈ ਤੁਸੀਂ ਨਹੀਂ ਆਈਸੋਲੇਟ ਕਰਨੇ ਚਾਹੀਦੇ ਜੀ। ਸ਼ਬਦੀਪ ਜੀ ਤੁਸੀਂ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਹੋ। ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਸਟੂਡੈਂਟਸ ਨੇ ਬਾਹਰ ਆਉਣਾ ਹੁੰਦਾ ਪੜ੍ਹਨ ਵਾਸਤੇ, ਸਭ ਤੋਂ ਜ਼ਿਆਦਾ ਜਿਹੜਾ ਸਟੂਡੈਂਟਸ ਦਾ ਆਪਾਂ ਕਹਿ ਸਕਦੇ ਹਾਂ ਕਿ ਰਹਿਣਾ ਉਹ ਚੰਡੀਗੜ੍ਹ ਹੁੰਦਾ, ਕਿਉਂਕਿ ਆਇਲਸ ਦੀ ਤਿਆਰੀ ਕਰਨੀ ਆ ਚੰਡੀਗੜ੍ਹ ਤੋਂ ਹੀ। ਤਕਰੀਬਨ ਕੰਸਲਟੈਂਟ ਵੀ ਉੱਥੇ ਹੀ ਨੇ। ਬੜੇ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਮੇਰਾ ਖਿਆਲ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਤੁਹਾਡਾ ਕੀ ਮੰਨਣਾ ਜੀ ਪੰਜਾਬ ਤੋਂ ਆ ਰਹੇ ਸਟੂਡੈਂਟ ਵਾਸਤੇ? ਕੁਲਵੀਰ ਜੀ, ਜੇ ਅਸੀਂ ਕੈਨੇਡਾ ਦੇ ਵਿਦਿਅਕ ਮਾਹੌਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਵੱਧ ਚਾਈਨੀ ਲੋਕ ਜਾਂਦੇ ਨੇ, ਚਾਈਨੀ ਵਿਦਿਆਰਥੀ ਜਾਂਦੇ ਨੇ। ਮੈਨੂੰ ਨਹੀਂ ਪਤਾ ਚਾਈਨੀ ਕਿਉਂ ਜਾਂਦੇ ਨੇ, ਪਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਪੰਜਾਬੀ ਵਿਦਿਆਰਥੀ ਕਿਉਂ ਲਗਾਤਾਰ ਕੈਨੇਡਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਪੜ੍ਹਨ ਲਈ ਜਾਂਦਾ ਤੇ ਕਿਉਂ ਉੱਥੇ ਉਹ ਸੈਟਲ ਹੋਣਾ ਪਸੰਦ ਕਰਦਾ। ਜੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਸਮਝ ਆਉਂਦੀ ਕਿ ਮੇਰੇ ਆਪਣੇ ਮੁਲਕ ਦੇ ਨਿਜ਼ਾਮ ਦੇ ਵਿੱਚ ਕੁਝ ਬਹੁਤ ਨਾਕਾਮੀਆਂ ਵਾਲੀਆਂ ਗੱਲਾਂ ਵਾਪਰ ਚੁੱਕੀਆਂ ਨੇ, ਜਿਨ੍ਹਾਂ ਕਰਕੇ ਵਿਦਿਆਰਥੀ ਆਪਣੇ ਭਵਿੱਖ ਦੇ ਸੁਪਨੇ ਜਿਹੜੇ ਉਹਨੇ ਲੈ ਹੁੰਦੇ ਨੇ ਉਹਨਾਂ ਨੂੰ ਸਾਕਾਰ ਕਰਨ ਲਈ ਉਹ ਵਿਦੇਸ਼ੀ ਧਰਤੀਆਂ ਦੇ ਉੱਤੇ ਜਾਣਾ ਪਸੰਦ ਕਰਦੇ ਨੇ। ਇਹ ਆਪਣੇ ਆਪ ਦੇ ਵਿੱਚ ਕੋਈ ਬਹੁਤ ਚੰਗੀ ਫਿਰਤ ਨਹੀਂ ਹੈ, ਪਰ ਇਹ ਇੱਕ ਸੱਚਾਈ ਹੈ ਕਿ ਲੋਕਾਂ ਨੂੰ ਇਹ ਗੱਲ ਚੰਗੀ ਲੱਗਦੀ ਹੈ। ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਜੇ ਮੈਂ ਉਹਦੀ ਗੱਲ ਕਰਾਂ ਤਾਂ ਮੈਂ ਇਹ ਗੱਲ ਫੀਲ ਕਰ ਸਕਦਾ ਕਿ ਜਦੋਂ ਵਿਦਿਆਰਥੀ ਪਹਿਲੀ ਵਾਰ ਐਜੂਕੇਸ਼ਨ ਦੇ ਬੇਸ ਦੇ ਉੱਤੇ ਬਾਹਰ ਭੇਜੇ ਜਾਂਦੇ ਨੇ, ਉਹਨਾਂ ਦੇ ਮਾਪੇ ਕਿਸ ਕਿਸਮ ਦੇ ਤਣਾਅ ਦੇ ਵਿੱਚੋਂ ਗੁਜ਼ਰਦੇ ਨੇ। ਇੱਕ ਬੱਚੇ ਨੂੰ ਭੇਜਣ ਲਈ ਉਹਨਾਂ ਨੂੰ ਜਿੰਨੇ ਸਾਧਨ ਚਾਹੀਦੇ ਨੇ ਉਹਨੇ ਸਾਧਨਾਂ ਨੂੰ ਇੱਕਦਮ ਜਟਾਉਣਾ ਉਹਨਾਂ ਲਈ ਕਿੰਨਾ ਮੁਸ਼ਕਲ ਹੋ ਜਾਂਦਾ, ਕਿੰਨੀ ਕਿਸਮ ਦੇ ਉਹਨਾਂ ਨੂੰ ਜੁਗਾੜ ਲੜਾਉਣੇ ਪੈਂਦੇ ਨੇ। ਤੇ ਉਹ ਜੁਗਾੜ ਲੜਾਉਂਦੇ ਹੋਏ ਜਿਹੜਾ ਤਣਾਅ ਮੈਂ ਮਾਪਿਆਂ ਦੇ ਚਿਹਰਿਆਂ ਉੱਤੇ ਦੇਖ ਸਕਦਾ, ਉਹਦਾ ਅਹਿਸਾਸ ਮੈਂ ਇਸ ਗੱਲ ਤੇ ਵੀ ਕਰ ਸਕਦਾ ਕਿ ਉਹ ਬੱਚੇ ਜਿਨ੍ਹਾਂ ਦੇ ਮਨਾਂ ਅੰਦਰ ਉੱਥੇ ਜਾਣ ਦੇ ਸੁਪਨੇ ਨੇ, ਉਹ ਕਿਸੇ ਨਾ ਕਿਸੇ ਸ਼ਕਲ ਵਿੱਚ ਇੱਕ ਤਣਾਅ ਇਸ ਦੇਸ਼ ਦੇ ਵਿੱਚੋਂ ਨਾਲ ਲੈ ਕੇ ਜਾਂਦੇ ਨੇ ਵਿਰਾਸਤ ਦੀ ਸ਼ਕਲ ਦੇ ਵਿੱਚ। ਅੱਗੇ ਜਾ ਕੇ ਜਦੋਂ ਲਗਾਤਾਰ ਉਹਨਾਂ ਨੇ ਉੱਥੇ ਪੜ੍ਹਨਾ ਹੁੰਦਾ, ਮਾਪੇ ਇੱਥੋਂ ਬਹੁਤ ਜ਼ਿਆਦਾ ਉਹਨਾਂ ਦੀ ਸਪੋਰਟ ਨਹੀਂ ਕਰ ਸਕਦੇ। ਬਹੁਤ ਛੋਟਾ ਸੈਕਸ਼ਨ ਆ ਜਿਹੜਾ ਇੱਥੋਂ ਉਹਨਾਂ ਦੀ ਬਹੁਤ ਵੱਡੀ ਸਪੋਰਟ ਕਰ ਸਕਦਾ, ਪਰ ਬਹੁਤ ਗਿਣਤੀ ਬੱਚੇ ਉਹ ਨੇ ਜਿਨ੍ਹਾਂ ਨੂੰ ਅੱਗੇ ਜਾ ਕੇ ਆਪਣੇ ਨਵੇਂ ਦੇਸ਼ ਦੇ ਵਿੱਚ ਆਪਣੇ ਸਿਰ ਬਸਿਰ ਪੜ੍ਹਨਾ ਪੈਂਦਾ, ਆਪਣੇ ਸਿਰ ਬਸਿਰ ਉਹਨਾਂ ਨੂੰ ਜੀਣਾ ਪੈਂਦਾ। ਜੇ ਉਹਨਾਂ ਨੇ ਉੱਥੇ ਸੈਟਲ ਹੋਣਾ ਤਾਂ ਵੀ, ਜੇ ਉਹਨਾਂ ਨੇ ਸਿਰਫ ਪੜ੍ਹ ਕੇ ਕਿਧਰੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਸੈਟਲ ਹੋਣਾ ਤਾਂ ਵੀ ਉਹਨਾਂ ਨੂੰ ਇੱਕ ਲੰਮੇ ਚੌੜੇ ਸਿਚੁਏਸ਼ਨ ਦੇ ਵਿੱਚ ਕਾਫੀ ਕੁਝ ਨੂੰ ਬਰਦਾਸ਼ਤ ਕਰਦੇ ਹੋਏ, ਕਾਫੀ ਕੁਝ ਨੂੰ ਸਹਿਣ ਕਰਦੇ ਹੋਏ, ਕਾਫੀ ਕੁਝ ਸਮਝੌਤੇ ਕਰਦੇ ਹੋਏ ਉੱਥੇ ਗੁਜ਼ਰਨਾ ਪੈਂਦਾ।
ਇਹ ਜਿਹੜੀਆਂ ਗੱਲਾਂ ਹੁਣ ਅੱਜ ਦੀ ਤਰੀਕ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ, ਮੈਂ ਉਹਦੇ ਬਾਰੇ ਜ਼ਿਆਦਾ ਚਰਚਾ ਇਸ ਕਰਕੇ ਨਹੀਂ ਕਰ ਸਕਾਂਗਾ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਤੇ ਸੰਦੀਪ ਜੀ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਹੋ, ਏਜ ਗਰੁੱਪ ਦੇ ਹਿਸਾਬ ਨਾਲ ਵੀ ਤੁਸੀਂ ਕੋਈ ਬਹੁਤ ਜ਼ਿਆਦਾ ਉਹਨਾਂ ਵਿਦਿਆਰਥੀਆਂ ਨਾਲੋਂ ਤੋਂ ਡੀਲਿੰਕ ਨਹੀਂ ਹੋ ਸਕਦੇ। ਬੇਸ਼ੱਕ ਤੁਸੀਂ ਸਿੱਧੇ ਤੌਰ ਤੇ ਉਹਨਾਂ ਨਾਲ ਨਾ ਵੀ ਰਾਬਤਾ ਰੱਖਦੇ ਹੋ, ਪਰ ਹਾਲੇ ਵੀ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਮੈਂ ਸਿਰਫ ਇੱਕ ਨੁਕਤੇ ਉੱਤੇ ਗੱਲ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਬੱਚਿਆਂ ਦੇ ਉੱਤੇ ਕੋਈ ਇਲਜ਼ਾਮ ਲਾਉਂਦੇ ਆ ਕਿ ਬੱਚੇ ਨਹੀਂ ਕਰਨਾ ਸ਼ੁਰੂ ਕਰ ਦਿੰਦੇ ਨੇ, ਤਾਂ ਸਭ ਤੋਂ ਪਹਿਲਾਂ ਇਲਜ਼ਾਮ ਦੀ ਮਾਰ ਹੇਠ ਬੱਚੀਆਂ ਹੀ ਕਿਉਂ ਆਉਂਦੀਆਂ ਨੇ? ਇਹਦਾ ਮਤਲਬ ਸਾਡੇ ਆਪਣੇ ਅੰਦਰ ਕਿਤੇ ਨਾ ਕਿਤੇ ਮਰਦ ਪ੍ਰਧਾਨ ਸੋਚ ਪਈ ਆ। ਜੇ ਉਹੀ ਗਲਤੀ ਸਾਡਾ ਕੋਈ ਮੁੰਡਾ ਕਰੇ, ਜਿੱਦਾਂ ਪੰਜਾਬ ਦੇ ਵਿੱਚ ਕਰ ਲੈਂਦਾ ਜਾਂ ਇੰਡੀਆ ਦੇ ਕਿਸੇ ਹਿੱਸੇ ਦੇ ਵਿੱਚ ਕਰ ਲੈਂਦਾ, ਸਾਡੇ ਦੇਸ਼ ਦੇ ਵੱਡੇ ਵੱਡੇ ਨੇਤਾ ਵੀ ਕਹਿ ਦਿੰਦੇ ਨੇ ਕਿ ਕੋਈ ਗੱਲ ਨਹੀਂ, ਬੱਚੇ ਕੋਲੋਂ ਗਲਤੀ ਹੋ ਜਾਂਦੀ ਹੈ। ਔਰ ਜਦੋਂ ਕਦੇ ਉਹ ਬੱਚੀ ਕੋਲੋਂ ਗਲਤੀ ਹੁੰਦੀ ਉਦੋਂ ਅਸੀਂ ਕਿਉਂ ਐਡਾ ਵੱਡਾ ਇਸ਼ੂ ਬਣਾ ਲੈਂਦੇ? ਹਾਲਾਂਕਿ ਮੈਂ ਇਹ ਨਹੀਂ ਮੰਨਦਾ ਕਿ ਜਿਹੜੇ ਬੱਚਿਆਂ ਕੋਲੋਂ ਗਲਤੀਆਂ ਹੁੰਦੀਆਂ ਉਹਨਾਂ ਦੀ ਕੁੱਲ ਬੱਚਿਆਂ ਦੇ ਵਿੱਚ ਜਿਹੜੇ ਪੜ੍ਹਨ ਗਏ ਨੇ ਕਿੰਨੀ ਫੀਸਦੀ ਹੋਏਗੀ, ਉਹ 1% ਹੋਣਗੇ ਕਿ 1% ਤੋਂ ਵੀ ਘੱਟ ਹੋਣਗੇ, ਜਾਂ ਉਹ 2% ਹੋਣਗੇ ਕਿ 2% ਤੋਂ ਵੱਧ ਹੋਣਗੇ, ਮੈਨੂੰ ਨਹੀਂ ਪਤਾ ਉਹਨਾਂ ਦਾ ਅੰਕੜਾ ਕਿੰਨਾ। ਪਰ ਜਿੰਨਾ ਵੀ ਅੰਕੜਾ ਹੋਵੇ ਉਹਦੇ ਤੋਂ ਸਭ ਤੋਂ ਵੱਡੀ ਮਾਰ ਸਾਡੀਆਂ ਬੱਚੀਆਂ ਉੱਤੇ ਹੀ ਕਿਉਂ ਪੈਂਦੀ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਮਨੋਦਸ਼ਾ ਨੂੰ ਵੀ ਸਮਝਣਾ ਪਵੇਗਾ, ਕਿਉਂਕਿ ਜੇ ਅਸੀਂ ਇਸ ਮਨੋਦਸ਼ਾ ਨੂੰ ਨਹੀਂ ਸਮਝਦੇ, ਮੈਨੂੰ ਨਹੀਂ ਲੱਗਦਾ ਅਸੀਂ ਬੇਕਾਰ ਔਰ ਤੱਥ ਰਹਿਤ ਜਾਂ ਇੱਕ ਨਫ਼ਰਤ ਵਾਲੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਦੀ ਮਨੋ ਦਸ਼ਾ ਨੂੰ ਸਮਝ ਸਕਾਂਗੇ। ਇਹ ਸਾਨੂੰ ਜ਼ਰੂਰ ਸਮਝਣਾ ਪਵੇਗਾ। ਜੀ ਦਿਲਰਾਜ ਜੀ ਮੇਰੇ ਨਾਲ ਜਲੰਧਰ ਤੋਂ ਜੁੜੇ ਹੋਏ ਨੇ। ਦਿਲਰਾਜ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਕੁਲਦੀਪ ਜੀ, ਮੈਂ ਵੀ ਤਕਰੀਬਨ ਸਾਰੇ ਪੈਨਲਿਸਟਾਂ ਨਾਲ ਸਹਿਮਤ ਹਾਂ, ਪਰ ਇੱਕ ਚੀਜ਼ ਸਰਜੀਤ ਜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ। ਮੈਂ ਵੀ ਐਗਰੀ ਹਾਂ, ਬੇਰੁਜ਼ਗਾਰੀ ਕਰਕੇ ਵੀ ਲੋਕ ਜਾਂਦੇ ਆ, ਪਰ ਇੱਕ ਹੋਰ ਬਹੁਤ ਵੱਡਾ ਕਾਰਨ ਹੈ ਲੋਕਾਂ ਦੇ ਜਾਂ ਬੱਚਿਆਂ ਦੇ ਬਾਹਰ ਜਾਣ ਦਾ। ਉਹ ਇਹ ਹੈ ਕਿ ਜਿਹੜੇ ਲੋਕ ਬਾਹਰ ਗਏ ਹੋਏ ਆ ਉਹਨਾਂ ਚੋਂ ਬਹੁਤ ਗਿਣਤੀ ਜਦੋਂ ਇੱਥੇ ਇੰਡੀਆ ਦੇ ਵਿੱਚ ਵਿਜ਼ਿਟ ਕਰਨ ਆਉਂਦੇ, ਘੁੰਮਣ ਆਉਂਦੇ, ਉਹ ਇੰਨਾ ਸ਼ੋਅ ਆਫ ਕਰਦੇ ਆ ਕਿ ਇੱਥੇ ਦੇ ਜਿਹੜੇ ਬੱਚੇ ਆ, ਇੱਥੇ ਦੇ ਲੋਕ ਆ, ਉਹਨਾਂ ਨੂੰ ਇਹ ਲੱਗਦਾ ਕਿ ਬਾਹਰ ਕਿਤੇ ਇਹ ਦਰਖਤਾਂ ਨਾਲ ਪੈਸੇ ਲੱਗੇ ਹੋਏ ਆ, ਦਰਖਤਾਂ ਨਾਲ ਪੈਸੇ ਤੋੜਨੇ ਆ ਤੇ ਮੁੜ ਕੇ ਐਸ਼ ਕਰਨੀ ਹੈ। ਇਹ ਕੋਈ ਨਹੀਂ ਦੱਸਣਾ, ਜ਼ਿਆਦਾਤਰ ਮੈਜੋਰਟੀ ਦੀ ਗੱਲ ਕਰ ਰਿਹਾ, ਇਹ ਮੈਜੋਰਟੀ ਨਹੀਂ ਦੱਸਣਾ ਪਸੰਦ ਕਰਦੀ ਕਿ ਹਾਂ ਅਸੀਂ ਕੈਨੇਡਾ ਦੇ ਵਿੱਚ ਬਹੁਤ ਮਿਹਨਤ ਕਰਕੇ, ਬਹੁਤ ਸਖਤ ਮਿਹਨਤ ਕਰਕੇ ਪੈਸੇ ਕਮਾਉਂਦੇ ਆ। ਇਹ ਵੀ ਕਾਰਨ ਹੈ ਕਿ ਬੱਚੇ ਵੱਧ ਤੋਂ ਵੱਧ ਬਾਹਰ ਜਾਂਦੇ ਹੈਗੇ ਆ। ਉਦਾਹਰਨ ਦੇ ਤੌਰ ਤੇ ਇੱਕ ਜੇ ਕਿਸੇ ਦਾ ਦੋਸਤ ਬਾਹਰ ਚਲੇ ਗਿਆ, ਉਹ ਬਾਹਰ ਬਹੁਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ, ਜਦੋਂ 2, 2.5, 3 ਸਾਲ ਬਾਅਦ ਉਹ ਇੰਡੀਆ ਚੱਕਰ ਮਾਰਨ ਆਉਂਦਾ ਹੈ, ਘੁੰਮਣ ਆਉਂਦਾ, ਉਦੋਂ ਇੰਨੀ ਕੁ ਜ਼ਿਆਦਾ ਸ਼ੋਅ ਆਫ ਕਰਦਾ ਹੈ ਕਿ ਪਤਾ ਨਹੀਂ ਉੱਥੇ ਮੈਂ ਕਿਹੜੇ ਦਰਖਤਾਂ ਨਾਲ ਪੈਸੇ ਲੱਗੇ ਹੋਏ ਸੀ। ਸੱਚਾਈ ਕੋਈ ਨਹੀਂ ਦੱਸਦਾ ਕਿ ਬਹੁਤ ਸਖਤ ਮਿਹਨਤ ਕਰਕੇ ਪੈਸੇ ਕਮਾਏ ਹੋਏ ਆ। ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਬੱਚੇ ਦੇ ਬਾਹਰ ਜਾਣ ਦਾ। ਜੀ ਦਿਲਰਾਜ ਜੀ, ਬੱਚੇ ਜਦੋਂ ਇੱਥੇ ਆ ਜਾਂਦੇ, ਅਸੀਂ ਗੱਲਬਾਤ ਉੱਥੇ ਕਰ ਰਹੇ ਸੀਗੇ ਕਿ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਸਾਡੇ ਜਿਹੜੇ ਇੱਥੇ ਬੱਚੇ, ਸਾਡੇ ਛੋਟੀਆਂ ਭੈਣਾਂ ਸਭ ਪੜ੍ਹਨ ਆਈਆਂ, ਉਹਨਾਂ ਦੇ ਲਈ ਕਾਫੀ ਬੁਰੀ ਸ਼ਬਦਾਵਲੀ ਕਿਸੇ ਵੱਲੋਂ ਯੂਜ਼ ਕੀਤੀ ਗਈ। ਕਿਸੇ ਦਾ ਕੋਈ ਪਰਸਨਲ ਐਕਸਪੀਰੀਅੰਸ ਕਿਸੇ ਇੱਕ ਸਟੂਡੈਂਟ ਨਾਲ ਅਗਰ ਖਰਾਬ ਹੋ ਜਾਂਦਾ ਤੇ ਉਹ ਪੂਰੀ ਸਟੂਡੈਂਟ ਕਮਿਊਨਿਟੀ ਨੂੰ ਬੁਰਾ ਨਹੀਂ ਆਖ ਸਕਦਾ। ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਇੱਕ ਗੱਲ ਤੋਂ ਸਮੱਸਿਆ ਹੋ ਜਾਂਦੀ ਆ ਤੇ ਉਹ ਪੂਰੀ ਦੁਨੀਆ ਨੂੰ ਮਾੜਾ ਨਹੀਂ ਆਖ ਸਕਦਾ। ਇਹ ਬਹੁਤ ਹੀ ਜਿਹੜੀ ਸਰਜੀਤ ਜੀ ਨੇ ਗੱਲ ਕੀਤੀ, ਮੈਂ ਉਹਦੇ ਨਾਲ ਕਿਤੇ ਨਾ ਕਿਤੇ ਸਹਿਮਤੀ ਜ਼ਰੂਰ ਦਰਸਾਵਾਂਗਾ ਕਿ ਸਾਡੀ ਜਿਹੜੀ ਸੋਚ ਹੈਗੀ ਆ, ਮਰਦ ਪ੍ਰਧਾਨ ਸਮਾਜ ਵਾਲੀ ਸੋਚ ਹੈਗੀ, ਉਹ ਸਾਡੇ ਮਨਾਂ ਦੇ ਵਿੱਚੋਂ ਖਤਮ ਨਹੀਂ ਹੁੰਦੀ। ਭਾਵੇਂ ਅਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਗਏ ਆ, ਸਾਨੂੰ 20 25 ਸਾਲ ਹੋ ਗਏ ਇੱਥੇ ਰਹਿੰਦਿਆਂ ਹੋਇਆਂ, ਅਜੇ ਵੀ ਅਸੀਂ ਉਸੇ ਤਰੀਕੇ ਦੀ ਸੋਚ ਜਿਹੜੀ ਇੰਡੀਆ ਤੋਂ ਲੈ ਕੇ ਆਏ ਸੀ ਉਹਦੇ ਨਾਲ ਦੱਬੇ ਪਏ ਆ। ਉਹੀ ਸੋਚ ਸਾਡੇ ਤੇ ਅੱਜ ਵੀ ਹਾਵੀ ਹੈ। ਸਾਨੂੰ ਬਾਕੀ ਸਭ ਕੁਝ ਕੈਨੇਡਾ ਦਾ ਚੰਗਾ ਲੱਗਦਾ, ਪਰ ਅਸੀਂ ਕੈਨੇਡਾ ਦੇ ਕੋਲੋਂ ਇਹ ਕਿਉਂ ਨਹੀਂ ਸਿੱਖਦੇ ਕਿ ਇੱਥੇ ਆਜ਼ਾਦੀ ਹੈ ਰਹਿਣ ਦੀ, ਇੱਥੇ ਆਜ਼ਾਦੀ ਹੈ ਤੁਹਾਨੂੰ ਆਪਣਾ ਫਿਊਚਰ ਦੇਖਣ ਦੀ, ਇੱਥੇ ਆਜ਼ਾਦੀ ਹੈ ਤੁਹਾਨੂੰ ਆਪਣਾ ਜੀਵਨ ਸਾਥੀ ਚੁਣਨ ਦੀ, ਇੱਥੇ ਆਜ਼ਾਦੀ ਹੈ ਤੁਹਾਨੂੰ ਆਪਣੀ ਲਾਈਫ ਚੁਣਨ ਦੀ। ਇਹ ਕਿਉਂ ਨਹੀਂ ਅਸੀਂ ਇਹ ਲੋਕਾਂ ਨੂੰ ਦੇਖਦੇ? ਅਸੀਂ ਕਿਉਂ ਅੱਜ ਵੀ ਜਿਹੜੀ 20 ਸਾਲ 25 ਸਾਲ ਪੁਰਾਣੀ ਸੋਚ ਆ ਉਹਦੇ ਵਿੱਚ ਹੀ ਦੱਬੇ ਹੋਏ ਆ ਕਿ ਨਹੀਂ ਇਹ ਕੰਮ ਕੁੜੀਆਂ ਕਰ ਸਕਦੀਆਂ, ਇਹ ਕੰਮ ਮੁੰਡੇ ਕਰ ਸਕਦੇ, ਇਹ ਕੁੜੀਆਂ ਨਹੀਂ ਕਰ ਸਕਦੀਆਂ। ਜੋ 1 ਜਾਂ 2% ਲੋਕ ਗਲਤੀ ਕਰਦੇ ਨੇ, ਉਹਦੇ ਕਰਕੇ ਪੂਰੇ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਨਹੀਂ ਕਰ ਸਕਦੇ। ਸਾਡੀਆਂ ਕੁੜੀਆਂ ਇੱਥੇ ਕਿਸ ਤਰੀਕੇ ਨਾਲ, ਬੱਚੇ ਕਿਸ ਤਰੀਕੇ ਨਾਲ ਮਿਹਨਤਾਂ ਕਰਕੇ ਆਪਣੀ ਸਟੱਡੀ ਕੰਪਲੀਟ ਕਰਦੇ ਆ, ਉਸ ਤੋਂ ਬਾਅਦ ਵਰਕ ਪਰਮਿਟ ਮਿਲਦੇ ਆ, ਉਹਨਾਂ ਦੇ ਉੱਪਰ ਕਿੱਦਾਂ ਕੰਮ ਕਰਦੇ ਆ। ਜਦੋਂ ਮੈਂ ਜੌਬਸ ਦੀ ਗੱਲ ਕਰਦੇ, ਜਦੋਂ ਕਹਿੰਦੇ ਆ ਕਿ ਜੌਬਸ ਜਿਹੜੀਆਂ ਹੈਗੀਆਂ, ਬਹੁਤ ਸਾਰੀਆਂ ਐਸੀਆਂ ਜੌਬਸ ਆ ਜਿਨ੍ਹਾਂ ਨੂੰ ਅਸੀਂ
ਜਿਹੜੇ ਇੱਥੇ ਕੈਨੇਡੀਅਨ ਸਟੂਡੈਂਟਸ ਹੈਗੇ ਜਾਂ ਕੈਨੇਡੀਅਨ ਜਿਹੜੇ ਬੌਰਨ ਲੋਕ ਹੈਗੇ ਨਹੀਂ ਕਰਨਾ ਪਸੰਦ ਕਰਦੇ, ਪਰ ਇੰਟਰਨੈਸ਼ਨਲ ਸਟੂਡੈਂਟ ਕਿਉਂਕਿ ਉਹਨੂੰ ਪੈਸੇ ਦੀ ਲੋੜ ਹੁੰਦੀ ਆ ਉਹ ਜੌਬਸ ਕਰਦੇ ਨੇ। ਔਰ ਬਹੁਤ ਸਾਰੀਆਂ ਐਸੀਆਂ ਜੌਬਸ ਹੈਗੀਆਂ ਨੇ ਜਿਹੜੀਆਂ ਸਿਰਫ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ਦੇ ਉੱਪਰ ਕੰਮ ਚੱਲਦੇ ਨੇ, ਕਿਉਂਕਿ ਉਹ ਇੰਟਰਨੈਸ਼ਨਲ ਸਟੂਡੈਂਟ ਹੀ ਉਹਨਾਂ ਜੌਬਸ ਨੂੰ ਜ਼ਿਆਦਾ ਕਰਦੇ ਪਏ ਨੇ। ਹਾਲਾਂਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿੱਥੇ ਅੱਜ ਬੁਰਾ ਭਲਾ ਕਿਹਾ ਜਾ ਰਿਹਾ, ਉੱਥੇ ਜੇ ਆਪਾਂ ਉਹਨਾਂ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਉਹਨਾਂ ਦਾ ਫੋਰਨ ਸਟੇਟਸ ਹੋਣ ਕਰਕੇ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਹੈਗਾ ਸ਼ਿਕਾਰ ਹੋਣਾ ਪੈਂਦਾ। ਉਹਨਾਂ ਨੂੰ ਅੰਪਲਾਇਰ ਜਿਹੜੇ ਹੈਗੇ ਨੇ ਐਕਸਪਲੋਇਟ ਕਰਦੇ ਨੇ, ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ, ਕੈਸ਼ ਤੇ ਕੰਮ ਕਰਵਾ ਕੇ। ਮੈਂ ਇਦਾਂ ਦੀ ਐਗਜ਼ਾਮਪਲ ਵੀ ਦੇਖੀਆਂ ਕਿ ਕੁਝ ਲੋਕ 4-4, 5-5 ਡਾਲਰ ਦੇ ਉੱਪਰ ਉਹਨਾਂ ਤੋਂ ਕੰਮ ਕਰਵਾਉਂਦੇ ਨੇ। ਜਿਹੜੇ ਲੋਕ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਾੜਾ ਕਹਿੰਦੇ ਨੇ, ਜਿਹੜੇ ਲੋਕ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਉਂਗਲਾਂ ਚੱਕਦੇ ਨੇ, ਇਹ ਉਹ ਲੋਕ ਇਹਨਾਂ ਲੋਕਾਂ ਵੱਲ ਨੂੰ ਉਂਗਲ ਚੱਕਣਗੇ ਜਿਹੜੇ 25-25 ਸਾਲਾਂ ਤੋਂ ਸਥਾਪਿਤ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ, ਪਰ ਸਟੂਡੈਂਟ ਜਿਹੜੇ ਆਪਣੀ ਕਮਿਊਨਿਟੀ ਦੇ ਸਟੂਡੈਂਟ ਵੀ ਆ ਉਹਨਾਂ ਦਾ ਵੀ ਲਹੂ ਚੂਸਦੇ ਨੇ, ਉਹਨਾਂ ਨੂੰ ਘੱਟ ਪੈਸੇ ਦੇ ਕੇ ਉਹਨਾਂ ਤੋਂ ਜ਼ਿਆਦਾ ਕੰਮ ਕਰਵਾ ਕੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ। ਕਿਉਂਕਿ ਸਾਡੇ ਜਿਹੜੇ ਬੱਚੇ ਆਉਂਦੇ ਨੇ ਸ਼ੁਰੂ ਦੇ ਵਿੱਚ ਇੰਨੇ ਕੌਨਫੀਡੈਂਟ ਨਹੀਂ ਹੁੰਦੇ ਕਿ ਉਹ ਆਪਣੇ ਹੱਕਾਂ ਦੇ ਵਾਸਤੇ ਜਾਗਰੂਕ ਹੋ ਸਕਣ। ਅੱਜ ਜਿਹੜੀ ਕੱਲ੍ਹ ਦੀ ਸਮੱਸਿਆ ਵੀ ਹੋਈ ਆ ਉਹਦੇ ਉੱਪਰ ਵੀ ਸਾਡੇ ਸਟੂਡੈਂਟਸ ਨੂੰ ਨਹੀਂ ਪਤਾ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਉਹਦੇ ਉੱਪਰ ਰਿਐਕਸ਼ਨ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ, ਸਾਡੇ ਲੋਕਾਂ ਨੂੰ, ਜਿਹੜੇ ਲੋਕ ਇੱਥੇ ਸਥਾਪਿਤ ਹੋ ਚੁੱਕੇ ਨੇ ਔਰ ਸਟੂਡੈਂਟਸ ਨੂੰ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਉਹਨਾਂ ਨੂੰ ਇੱਥੇ ਆ ਕੇ ਉਹਨਾਂ ਦਾ ਵੈਲਕਮ ਤਾਂ ਅਸੀਂ ਕਰਦੇ ਹੀ ਹਾਂ, ਉਹਨਾਂ ਨੂੰ ਪੂਰੀ ਗਾਈਡਲਾਈਨਸ ਦੇਣੀਆਂ ਚਾਹੀਦੀਆਂ, ਸੰਸਥਾਵਾਂ ਬਣਨੀਆਂ ਚਾਹੀਦੀਆਂ ਤਾਂ ਕਿ ਉਹਨਾਂ ਸਟੂਡੈਂਟਸ ਦੀ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਜਿਹੜਾ ਉਹਨਾਂ ਨੂੰ ਗਲਤ ਤਰੀਕੇ ਦੇ ਵਿੱਚ ਧੱਕਿਆ ਵੀ ਜਾ ਰਿਹਾ ਹੈ ਕਈ ਸਟੂਡੈਂਟਸ ਨੂੰ, ਉਹਨੂੰ ਰੋਕਿਆ ਜਾ ਸਕੇ। ਮੈਂ ਸੰਦੀਪ ਜੀ ਤੁਹਾਡੇ ਵੱਲ ਆਵਾਂਗਾ। ਤੁਸੀਂ ਇੱਕ ਪ੍ਰੋਜੈਕਟ ਬਰੈਂਪਟਨ ਦੇ ਵਿੱਚ ਪਿੱਛੇ ਜਿਹੇ ਲਾਂਚ ਕੀਤਾ ਸੀ, ਉਹਦੇ ਵਿੱਚ ਮੈਂ ਇੱਕ ਖਾਸ ਸਟੂਡੈਂਟ ਵਾਸਤੇ ਜਿਹੜੀ ਸਟੂਡੈਂਟ ਦੇ ਵੇਜਿਸ ਨੂੰ ਲੈ ਕੇ ਜਿਹੜੀ ਇੱਕ ਤੁਸੀਂ ਖਾਸ ਜਿਹੜੀ ਰੱਖੀ ਸੀ, ਕੰਡੀਸ਼ਨ ਰੱਖੀ ਸੀ ਕਿ ਜਿਹਦੇ ਉੱਪਰ ਵੀ ਬਰੈਂਪਟਨ ਦੇ ਵਿੱਚ ਕੰਮ ਕਰਾਂਗੇ। ਮੈਂ ਚਾਹਾਂਗਾ ਤੁਸੀਂ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ। ਮੈਂ ਉਸ ਤੇ ਆਉਣਾ ਜੀ। ਮੈਂ ਇੱਕ ਦੋ ਗੱਲਾਂ ਉਸ ਤੋਂ ਪਹਿਲਾਂ ਜਿਹੜੀਆਂ ਕਹੀਆਂ ਨੇ, ਦਿਲਰਾਜ ਜੀ ਮਾਫ ਕਰਿਓ, ਮੈਂ ਤੁਹਾਡੀ ਗੱਲ ਨੂੰ ਕੰਡੈਮ ਜੋ ਕਰਾਂਗਾ। ਜਿਹੜੀ ਗੱਲ ਤੁਸੀਂ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਕੈਨੇਡੀਅਨਸ ਜਾ ਕੇ ਮਾਹੌਲ ਇਦਾਂ ਦਾ ਬਣਾਉਂਦੇ ਆ, ਮਾਫ ਕਰੋ, ਇਹ ਵੀ ਉਸੇ ਸੋਚਦੇ। ਇੱਕ ਸੈਕਿੰਡ ਰਾਜੀ, ਸਾਡੇ ਵਾਲੀਆਂ ਲੋਕ ਕਿਸੇ ਵੱਲ ਵੀ ਹੋਵੇ, ਕਿਸੇ ਵੱਲ ਕਮਿਊਨਿਟੀ ਹੈ ਚਾਹੇ ਘੱਟ ਹੈ, ਪਰ ਉਹਦੇ ਵਿੱਚ ਸੱਚਾਈ ਹੈ ਤੇ ਉਹ ਮੰਨਣੀ ਨਹੀਂ ਚਾਹੀਦੀ। ਤੁਹਾਡੇ ਨਾਲ ਸਹਿਮਤ ਹੋ ਰਹੇ ਨੇ, ਉਹ ਸਹਿਮਤ ਦਰਾਜੀ ਇਦਾਂ ਹੋ ਰਹੇ ਨੇ ਕਿ ਸੰਦੀਪ ਜੀ ਦਾ ਕਹਿਣਾ ਕਿ ਇਹ ਉਹੀ ਸੋਚ ਹੈ ਜਿਹੜੀ ਸੋਚ ਅੱਜ ਕੈਨੇਡੀਅਨ ਸਿਸਟਮ ਦੇ ਵਿੱਚ ਬੈਠ ਕੇ ਕੈਨੇਡੀਅਨ ਸਿਸਟਮ ਨੂੰ ਬਿਮਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਉਹੀ ਸੋਚ ਹੈ। ਹੋਰ ਉਸ ਨੂੰ ਇਸੇ ਤਰੀਕੇ ਨਾਲ ਜਿਵੇਂ ਆਪਾਂ ਆਪਾਂ ਮਤਲਬ ਕਿ ਜਿਵੇਂ ਇਸ ਸੋਚ ਦੇ ਵਿੱਚ ਡਿਵੀਜ਼ਨ ਖੜੀ ਕੀਤੀ ਜਾ ਰਹੀ ਆ, ਉਸੇ ਤਰੀਕੇ ਨਾਲ ਹੀ ਉਹ ਇੱਕ ਡਿਵੀਜ਼ਨ ਆ। ਦੂਸਰੀ ਗੱਲ ਕੀਤੀ ਗਈ ਕਿ 1-2% ਅਗਰ ਇੰਟਰਨੈਸ਼ਨਲ ਸਟੂਡੈਂਟਸ ਗਲਤੀ ਕਰਦੇ ਨੇ ਤੇ ਉਹਦਾ ਪੂਰਾ ਦਾ ਪੂਰਾ ਜਿਹੜਾ ਸੀਨ ਆ ਉਹ ਖੜਾ ਹੋਇਆ ਆ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ। ਮੇਰਾ ਸਵਾਲ ਇਹ ਆ ਕਿ ਜਿਹੜੇ ਕੈਨੇਡੀਅਨਸ ਨੇ ਉਹ ਨਹੀਂ ਗਲਤੀ ਕਰਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਡਿਵੀਜ਼ਨ ਖੜੀ ਕਰ ਰਿਹਾ। ਮੇਰੇ ਕਹਿਣ ਦਾ ਮਤਲਬ ਬੱਚਾ ਆ, ਭਾਵੇਂ ਉਹ ਪੰਜਾਬ ਦਾ ਹੋਵੇ, ਭਾਵੇਂ ਉਹ ਚਾਈਨਾ ਦਾ ਹੋਵੇ, ਭਾਵੇਂ ਉਹ ਕੈਨੇਡਾ ਦਾ ਹੋਵੇ, ਉਹਨੂੰ ਬੱਚਾ ਸਮਝ ਕੇ ਗੱਲ ਕਰਨੀ ਚਾਹੀਦੀ, ਨਾ ਕਿ ਇਹ ਸੋਚ ਕੇ ਕਿ ਇਹ ਇੰਟਰਨੈਸ਼ਨਲ ਆ ਤੇ ਸਟੂਡੈਂਟ ਆ ਤੇ ਇਹ ਕੈਨੇਡੀਅਨ ਸਟੂਡੈਂਟ ਆ। ਸੋ ਇਹ ਇੱਕ ਵੱਡੀ ਕਮਜ਼ੋਰੀ ਹੈ ਸਾਡੀ, ਹੋਰ ਸਾਨੂੰ ਇਹ ਐਕਸੈਪਟ ਕਰਨੀ ਚਾਹੀਦੀ ਹੈ। ਤੀਸਰੀ ਗੱਲ ਜਿਹੜੀ ਆ ਬਿਲਕੁਲ ਸੱਚਾਈ ਆ ਕਿ ਸਟੂਡੈਂਟਸ ਐਕਸਪਲੋਇਟ ਹੁੰਦੇ ਨੇ, ਇਸ 'ਚ ਕੋਈ ਸ਼ੱਕ ਨਹੀਂ ਕਿ ਕਾਫੀ ਲੋਕ ਉਹਨਾਂ ਨੂੰ ਐਜ਼ ਅ ਚੀਪ ਲੇਬਰ ਯੂਜ਼ ਕਰਦੇ ਨੇ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਸਟੂਡੈਂਟਸ ਕੋਲੇ 20-20 ਘੰਟੇ ਜੌਬ ਕਰਨ ਲਈ ਹੁੰਦੇ ਆ, ਵਿਚ ਆਰ ਨਾਟ ਇਨਫ। ਮੈਂ ਅੱਜ ਇਸ ਪਲੇਟਫਾਰਮ ਤੋਂ ਇਹ ਸਵਾਲ ਖੜਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਲੋਕਾਂ ਨੇ ਮੇਰੀਆਂ ਭੈਣਾਂ, ਮੇਰੇ ਦੋਸਤ, ਮੇਰੇ ਮਿੱਤਰ, ਮੇਰੀਆਂ ਬੇਟੀਆਂ ਦੇ ਉੱਤੇ ਉਂਗਲ ਚੱਕੀ ਆ, ਜਾਂ ਈਵਨ ਮੈਂ ਵੀ, ਜਾਂ ਹੋਰ ਜਿਹੜੀ ਸਾਡੀ ਉਹਨਾਂ ਦੀ ਕੰਟਰੀਬਿਊਸ਼ਨ ਕੀ ਆ ਇਹਨਾਂ ਬੱਚਿਆਂ ਨੂੰ ਸੰਭਾਲਣ ਵਾਸਤੇ। what have we contributed to support them? ਕਿ ਅਸੀਂ ਅੱਜ ਤੱਕ ਕੋਈ ਵੀ ਐਸਾ ਕਦਮ ਚੱਕਿਆ ਜਿਹਦੇ ਨਾਲ ਇਹਨਾਂ ਨੂੰ ਸਪੋਰਟ ਕੀਤੀ ਜਾ ਸਕੇ? ਕਿ ਅਸੀਂ ਲੌਬਿੰਗ ਕੀਤੀ ਕਿ ਸਾਡੇ ਜਿਹੜੇ ਜਵਾਕ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ
ਉਹਨਾਂ ਲਈ 20 ਘੰਟੇ ਇਨਫ ਨਹੀਂ ਆ, ਕਿਉਂਕਿ ਉਹ 5 ਗੁਣਾ ਜ਼ਿਆਦਾ ਫੀਸ ਦੇ ਰਹੇ ਨੇ। ਬਿਲਕੁਲ। ਕਿ ਅਸੀਂ ਉਹਨਾਂ ਦੇ ਮਿਨੀਮਮ ਵੇਜ ਦੀ ਗੱਲ ਕੀਤੀ। ਕੁਲਵੀਰ ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ 3-3 4-4 ਡਾਲਰ ਜਿਹੜੇ ਇੰਟਰਨੈਸ਼ਨਲ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਿਆ ਆ। ਇੱਕ ਭੈਣ ਸਾਡੀ ਸਾਡੇ ਆਫਿਸ 'ਚ ਆਈ ਤੇ ਉਹ PR ਹੋ ਕੇ ਆਈ ਹਿੰਦੁਸਤਾਨ ਤੋਂ ਜੀ। ਉਹ ਆ ਕੇ ਮੈਨੂੰ ਦੱਸ, ਮੈਂ ਪੁੱਛਿਆ ਕਿ ਤੁਸੀਂ ਜੌਬ ਵਗੈਰਾ ਕਿਵੇਂ ਮਿਲ ਗਈ, ਕੀ ਕਰ ਰਹੇ ਹੋ? ਉਹਨਾਂ ਨੇ ਮੈਨੂੰ ਦੱਸਿਆ ਜੀ ਮੈਂ ਕਿਸੇ ਜਗ੍ਹਾ ਦੇ ਉੱਤੇ ਜੌਬ ਕਰਦੀ ਪਈ ਹਾਂ ਤੇ $7 ਤੇ ਜੌਬ ਕਰੀ। ਮੈਂ ਉਹਨੂੰ ਕਿਹਾ ਮਿਨੀਮਮ ਵੇਜ ਤਾਂ ਇੰਨੀ ਹੈ ਨਹੀਂ। ਕਹਿੰਦੀ ਭਾਜੀ ਮੈਂ ਕੈਸ਼ ਤੇ ਜੌਬ ਕਰਦੀ ਪਈ ਹਾਂ। ਆਈ ਵਾਜ਼ ਸ਼ੌਕਡ ਕਿ ਜਿਹੜਾ ਬੰਦਾ PR ਹੋ ਕੇ ਆਇਆ ਉਹਨੂੰ ਕੀ ਲੋੜ ਪਈ ਆ ਇਹ ਕਰਨ ਲਈ। ਪਰ ਮੈਂ ਸਮਝਦਾ ਕਿ ਜਿਹੜੇ ਨਿਊ ਇਮੀਗ੍ਰੈਂਟਸ ਹੁੰਦੇ ਆ, ਜਿਹੜੇ ਜਵਾਕ ਹੁੰਦੇ ਆ, ਉਹਨਾਂ ਨੂੰ ਲੀਗੈਲਿਟੀਜ਼ ਵੀ ਨਹੀਂ ਜ਼ਿਆਦਾ ਪਤਾ ਹੁੰਦੀਆਂ, ਜਿਹਦੇ ਕਰਕੇ ਨਿਊ ਜੌਬ ਲੱਭਣ ਵਿੱਚ ਸੰਦੀਪ ਜੀ ਸਮੱਸਿਆ ਨਿਊ ਇਮੀਗ੍ਰੈਂਟ ਨੂੰ ਵੀ ਆਉਂਦੀ ਹੈ, ਸਟੂਡੈਂਟਸ ਨੂੰ ਵੀ ਆਉਂਦੀ ਹੈ। ਸੋ ਸਿਮਿਲਰ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਐਕਸਪਲੋਇਟੇਸ਼ਨ ਨੂੰ ਰੋਕਿਆ ਜਾਵੇ। ਉਸ ਦਾ ਇੱਕ ਪ੍ਰੋਗਰਾਮ ਹੈਗਾ, ਸਾਡੀ ਇੱਕ ਆਰਗੇਨਾਈਜੇਸ਼ਨ ਆ ਬਰੈਂਪਟਨ ਐਕਸ਼ਨ ਕਮੇਟੀ, ਜਿਸ ਦੇ ਵਿੱਚ ਅਸੀਂ ਆਉਣ ਵਾਲੇ 10 ਤਰੀਕ ਪਹਿਲਾਂ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਜਿਹੜਾ ਮੀਡੀਆ ਨੇ ਕਵਰ ਵੀ ਕੀਤਾ ਸੀ। ਧੰਨਵਾਦੀ ਹਾਂ ਮੀਡੀਆ ਦੇ। 15 ਐਂਡ ਫੇਅਰਨੈਸ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਅਸੀਂ 10 ਦਸੰਬਰ ਨੂੰ ਗੋਲ ਕਮਿਊਨਿਟੀ ਸੈਂਟਰ ਦੇ ਵਿੱਚ ਦੁਪਹਿਰੇ 1 ਵਜੇ ਤੋਂ ਲੈ ਕੇ 3:30 ਵਜੇ ਤੱਕ ਕਰ ਰਹੇ ਹਾਂ। ਉਸ ਦੇ ਉੱਤੇ ਵੀ ਅਸੀਂ ਦੁਬਾਰਾ ਤੋਂ ਚੱਕ ਦੇ TV ਨੂੰ ਕਹਾਂਗੇ ਕਿ ਸਾਨੂੰ ਇੱਕ ਅਲੱਗ ਟਾਈਮ ਦਿੱਤਾ ਜਾਏ ਜਿਸ 'ਚ ਅਸੀਂ ਉਹ ਸਾਰੇ ਮੁੱਦੇ ਡਿਸਕਸ ਕੀਏ। ਪਰ ਉਸ 'ਚ ਇੱਕ ਮੁੱਦਾ ਇੰਟਰਨੈਸ਼ਨਲ ਸਟੂਡੈਂਟਸ ਹੈਗਾ ਆ, ਕਿਉਂਕਿ ਮੈਂ ਸਮਝਦਾ ਹਾਂ ਕਿ ਅਸੀਂ ਇਸ ਕਮਿਊਨਿਟੀ ਦੇ ਨਾਲ। ਸੰਦੀਪ ਜੀ ਵੈਸੇ ਤਾਂ ਰਿਦਮ ਤੁਹਾਡੀ ਮੈਨੂੰ ਨਹੀਂ ਰੋਕਣੀ ਚਾਹੀਦੀ, ਪਰ ਮੇਰੇ ਨਾਲ ਇੱਕ ਕਾਲਰ ਜੁੜਿਆ, ਮੈਂ ਚਾਹਾਂਗਾ ਕਿ ਮੈਂ ਉਹਨਾਂ ਦੀ ਗੱਲ ਵੀ ਸੁਣ ਲਾਂ। ਉਸ ਤੋਂ ਬਾਅਦ ਤੁਹਾਡਾ ਜਿਹੜਾ ਐਕਸ਼ਨ ਪਲਾਨ ਹੈ ਸਟੂਡੈਂਟਸ ਵਾਸਤੇ, ਇੰਟਰਨੈਸ਼ਨਲ ਸਟੂਡੈਂਟ ਵਾਸਤੇ, ਆਪਾਂ ਉਹਦੇ ਤੇ ਜ਼ਰੂਰ ਚਰਚਾ ਕਰਾਂਗੇ ਜੀ। ਮੇਰੇ ਨਾਲ ਕਾਲਰ ਜੁੜੇ ਨੇ ਜੀ, ਲਾਸਟ 4 ਡਿਜਿਟ ਨੇ 0006। ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ, ਮੈਂ ਅਰਜਿੰਦਰ ਬੋਲ ਰਹੀ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ? ਵੀਰ ਜੀ ਮੇਰੇ ਵੀ ਬੇਟੀਆਂ ਉਹਦੇ ਮਤਲਬ ਸਟੂਡੈਂਟ ਆਈਆਂ ਸ਼ੇਲਟਨ ਕਾਲਜ ਚ ਪੜ੍ਹੀਆਂ। ਹਾਂਜੀ ਹੈਲੋ ਹਾਂਜੀ ਹਾਂਜੀ ਹਾਂਜੀ, ਤੁਹਾਡੀ ਤੁਸੀਂ ਆਨ ਰਹੇ ਹੋ ਜੀ, ਬੋਲੋ ਜੀ। ਹਾਂਜੀ ਹਾਂਜੀ, ਤੇ ਬਹੁਤ ਵਧੀਆ ਮਤਲਬ ਬੱਚਿਆਂ ਨੇ ਮਿਹਨਤ ਕੀਤੀ ਹੈ, ਸਾਡਾ ਨਾਮ ਰੋਸ਼ਨ ਕੀਤਾ ਹੈ। ਬਹੁਤ ਵਧੀਆ ਮਾਹੌਲ ਮਿਲਿਆ ਉਹਨਾਂ ਨੂੰ ਇੰਟਰਨੈਟ ਦਾ ਜੀ। ਉਹ ਵੱਡੀ ਤਾਂ ਪੱਕੀ ਵੀ ਹੋਈ ਹੈ, ਉਹਨੇ ਪੱਕੀ ਹੋ ਕੇ ਸਾਨੂੰ ਵੀ ਸੁਪਰਵਾਈਜ਼ਰ ਤੇ ਬੁਲਾਇਆ ਜੀ। ਵੀ ਇਹਨਾਂ ਬੱਚਿਆਂ ਨੂੰ ਅਸੀਂ ਕਦੇ ਵੀ ਗਲਤ ਨਹੀਂ ਬੋਲ ਸਕਦੇ ਹੈਗੇ, ਜਿਹੜੇ ਬਿਲਕੁਲ ਜੀ, ਮਿਹਨਤਾਂ ਕਰਕੇ ਬਿਲਕੁਲ ਸਾਰਾ ਸਾਡੇ ਦੇਸ਼ ਦਾ ਨਾਮ, ਸਾਡੇ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰ ਸਕਦੇ ਹਾਂ ਆਪਣੇ ਮਤਲਬ ਭਾਈਚਾਰੇ ਦੇ ਵਿੱਚ। ਅਸੀਂ ਸਾਡੀ ਤਾਂ ਇਹੀ ਬੇਨਤੀ ਹੈ ਵੀ ਜਿਹੜੇ ਭਾਈ ਸਾਹਿਬ ਨੇ ਜਾਂ ਉਹ ਬੀਬੀ ਨੇ ਸਟੂਡੈਂਟਾਂ ਬਾਰੇ ਜਾਂ ਬੱਚਿਆਂ ਬਾਰੇ ਗਲਤ ਬੋਲਿਆ, ਇਹਨਾਂ ਤੋਂ ਮਾਫੀ ਮੰਗਾਈ ਜਾਵੇ ਸਟੂਡੈਂਟਾਂ ਨੂੰ। ਸਾਰੇ ਆਪਣੇ ਮਤਲਬ ਆਪਣੇ ਭਾਈਚਾਰੇ ਤੋਂ, ਪੰਜਾਬੀ ਭਾਈਚਾਰੇ ਤੋਂ ਉਹ ਬੰਦਾ ਦੀ ਮਾਫੀ ਮੰਗੇ, ਸਾਡੀ ਇਹੀ ਬੇਨਤੀ ਹੈ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ, ਸਟੂਡੈਂਟਸ ਔਰ ਜਿਸ ਤਰ੍ਹਾਂ ਤੁਹਾਡਾ ਬਿਲਕੁਲ ਜਾਇਜ਼ ਗੁੱਸਾ ਬਿਲਕੁਲ ਹੈ, ਉਹ ਜਿਹੜਾ ਤੁਸੀਂ ਉਹ ਆਪਣੇ ਤੌਰ ਦੇ ਉੱਪਰ ਇਕੱਠੇ ਹੋ ਕੇ ਜੋ ਵੀ ਐਕਸ਼ਨ ਪਲਾਨ ਕਰਨਾ। ਪਰ ਸੰਦੀਪ ਜੀ ਨੇ ਸ਼ੁਰੂ ਵਿੱਚ ਕਿਹਾ ਸੀ ਅਸੀਂ ਉਹਨਾਂ ਨੂੰ ਤੋਂ ਮਾਫੀ ਮੰਗਾ ਕੇ ਕੁਛ ਨਹੀਂ ਮਿਲਣਾ। ਸਾਨੂੰ ਇਹ ਜਿਹੜੀ ਸੋਚ ਉਪਜ ਰਹੀ ਆ ਸਾਡੇ ਮਨਾਂ ਦੇ ਵਿੱਚ, ਇਸ ਸੋਚ ਨੂੰ ਕਿੱਦਾਂ ਮਾਰਿਆ ਜਾ ਸਕਦਾ, ਸਾਨੂੰ ਉਹਦੇ ਵਾਸਤੇ ਐਕਸ਼ਨ ਪਲਾਨ ਬਣਾਉਣਾ ਪੈਣਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਕਾਲ ਕਰਨ ਵਾਸਤੇ ਸੰਦੀਪ ਜੀ। ਅੱਗੇ ਵਾਸਤੇ ਵੀ ਹਾਂਜੀ, ਜੇ ਮਤਲਬ ਗਲਤ ਵਿਚਾਰ ਰੱਖਣ ਦੀ ਕੋਸ਼ਿਸ਼ ਨਹੀਂ ਕਰੂਗਾ, ਜਦੋਂ ਜੀ ਆਪਾਂ ਸਾਰੇ ਪੰਜਾਬੀ ਮਿਲ ਕੇ ਜਾਂ ਉਹ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਮਾਫੀ ਮੰਗਾਉਣ ਦਾ ਵੀ ਇਹ ਕੋਈ ਆਏ ਨਹੀਂ ਹੈਗਾ ਵੀ ਉਹਨੂੰ ਜੀ, ਛੋਟਾ ਕਿਉਂਕਿ ਸਾਨੂੰ ਸਾਡੇ ਕਰਨਾ ਆਪਾਂ ਨੇ ਜੀ। ਸਾਡੀ ਇਹੀ ਸੋਚ ਹੈ ਵੀ ਉਹ ਅੱਗੇ ਵਾਸਤੇ ਵੀ ਸਾਰੇ ਚੰਗੀ ਸੋਚ ਬਣਾਉਣਗੇ, ਚੰਗਾ ਸੋਚ ਕੇ ਗੱਲ ਕਰਨਗੇ ਜੋ ਵੀ ਕਰਨਗੇ। ਕਿਸੇ ਵੀ ਆਪਾਂ ਇਕੱਲੇ ਪੰਜਾਬੀਆਂ ਬਾਰੇ ਨਹੀਂ ਕਰ ਸਕਦੇ, ਸਾਰਿਆਂ ਵਾਸਤੇ ਜੀ, ਸਾਰਿਆਂ ਨੇ ਹੋਰ ਦੇਸ਼ਾਂ ਦੇ ਵੀ ਨੇ, ਸਭ ਉਹਦਾ ਸੋਚ ਕੇ ਗੱਲ ਕਰੂਗਾ ਵੀ ਜਿਹੜੇ ਬੱਚੇ ਪੜ੍ਹਦੇ ਨੇ ਕਿੰਨਾ ਵਧੀਆ ਕਰ ਰਹੇ ਨੇ ਸਾਰਾ ਕੁਝ। ਜੀ ਜੀ, ਸ਼ੁਕਰੀਆ ਜੀ। ਬਿਲਕੁਲ ਅਸੀਂ ਉਹ ਜਿਹੜੀ ਬਿਮਾਰੀ ਹੈ ਜਾਂ ਜਿਹੜੀ ਸੋਚ ਹੈ ਜਿਹੜੀ ਕੈਨੇਡੀਅਨ ਸਿਸਟਮ ਨੂੰ ਬਿਮਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਆਪਾਂ ਉਹਨੂੰ ਕਿਲ ਕਰਨਾ ਹੈ ਜੀ। ਕਿਉਂਕਿ ਇਹ ਤੇ ਇੱਕ ਇਨਸੀਡੈਂਟ ਹੋ ਗਿਆ, ਇਹ ਸੋਚ ਉਜਾਗਰ ਹੋ ਗਈ, ਪਰ ਇਹ ਸੋਚ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜ਼ਰੂਰ ਪਣਪ ਰਹੀ ਆ। ਕੋਸ਼ਿਸ਼ ਕਰਨੀ ਆ ਕਿ ਇਸ ਸੋਚ ਨੂੰ ਜਿਹੜਾ ਆ ਖਤਮ ਕੀਤਾ ਜਾਵੇ, ਬਦਲ ਨਹੀਂ ਸਕਦੇ, ਖਤਮ ਹੀ ਕੀਤਾ ਜਾਵੇ। ਸੰਦੀਪ ਜੀ। ਆਂਟੀ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ, ਉਹਨਾਂ ਦੇ ਉਦਾਹਰਨ ਵੀ ਬਹੁਤ ਸੋਹਣੀ ਸੀਗੀ ਕਿ ਉਹਨਾਂ ਦੇ 2 ਬੇਟੀਆਂ, ਜੀ, ਉਹ ਬੇਟੀਆਂ ਜਿਨ੍ਹਾਂ ਨੂੰ ਸੰਦੀਪ ਜੀ ਵੈਸੇ ਮੈਂ ਤੁਹਾਨੂੰ ਸੌਰੀ ਰੋਕ ਰਿਹਾ,
ਜੇ ਆਪਾਂ ਦੇਖੀਏ ਤੇ ਕੈਨੇਡਾ ਦੇ ਵਿੱਚ ਬੇਟੀਆਂ ਨੇ ਆ ਕੇ ਪੇਰੈਂਟਸ ਨੂੰ ਜਾਂ ਬ੍ਰਦਰਸ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਤੁਸੀਂ ਜੇ ਪਰਸੈਂਟੇਜ ਦੇਖੋਗੇ ਮੈਨੂੰ ਲੱਗਦਾ 50% ਤੋਂ ਜ਼ਿਆਦਾ ਬੇਟੀਆਂ ਹੀ ਪਹਿਲਾਂ ਆਈਆਂ ਨੇ ਕੈਨੇਡਾ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਸਪੋਰਟ ਕੀਤਾ ਜੀ। ਦੇਖੋ ਜੀ, ਮੈਂ ਇਸ ਜੈਂਡਰ ਬਾਇਸਿਜ਼ਮ ਤੇ ਪੈਣਾ ਹੀ ਨਹੀਂ ਜੀ। ਮੇਰਾ ਤਾਂ ਹੈ ਕਿ ਆਂਟੀ ਜੀ ਉਹਨਾਂ ਨੇ ਬਹੁਤ ਚੰਗੀ ਗੱਲ ਕੀਤੀ ਕਿ ਜਿਹੜੀਆਂ ਉਹਨਾਂ ਨੇ ਉਦਾਹਰਨ ਵੀ 2 ਬੇਟੀਆਂ ਦੀ ਦਿੱਤੀ ਆ, ਉਹੀ ਉਹ ਬੇਟੀਆਂ, ਕਿਸੇ ਦੀਆਂ ਬੇਟੀਆਂ, ਕਿਸੇ ਦੀਆਂ ਭੈਣਾਂ ਜਿਨ੍ਹਾਂ ਨੂੰ ਕੁਝ ਲੋਕ ਸਿਰਫ ਤੇ ਸਿਰਫ ਇੱਕ ਸੈਕਚੁਅਲ ਸਬਜੈਕਟ ਸਮਝ ਕੇ ਖਤਮ ਕਰ ਦਿੰਦੇ ਹੈਗੇ ਆ, ਜੋ ਕਿ ਬਹੁਤ ਨਿੰਦਣਯੋਗ ਆ। ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕਾਰਨਰ ਤੇ ਇਹ ਗੱਲ ਹੋਵੇ, ਹਰੇਕ ਪਲੇਟਫਾਰਮ ਦੇ ਉੱਤੇ ਇਹਦੀ ਨਿੰਦਿਆ ਜਿੰਨੀ ਕੀਤੀ ਜਾਵੇ ਉਨੀ ਘੱਟ ਹੈਗੀ ਆ। ਜਿੱਥੇ ਤੱਕ ਅਸੀਂ ਬਰੈਂਪਟਨ ਐਕਸ਼ਨ ਕਮੇਟੀ ਦੀ ਗੱਲ ਕਰ ਰਹੇ ਸੀ, ਮੈਂ ਪਰਸਨਲੀ ਕੱਲ੍ਹ ਦਾ ਕਈ ਸਟੂਡੈਂਟਸ ਨੂੰ ਵੀ ਮਿਲਿਆ, ਮੈਂ ਉਹਨਾਂ ਨੂੰ ਇੱਕ ਰਾਏ ਵੀ ਦਿੱਤੀ ਆਪਣੀ ਜਥੇਬੰਦੀ ਵੱਲੋਂ। ਅੱਜ ਇਸ ਮੀਡੀਆ 'ਚ ਵੀ ਦੁਬਾਰਾ ਤੋਂ ਕਹਿ ਰਹੇ ਹਾਂ, ਦੇਖੋ ਜਿਹੜੇ ਇਹ ਡਿਬੇਟਸ ਨੇ ਜਾਂ ਜਿਹੜੀਆਂ ਅੱਜ 2-4 ਦਿਨ ਜਿਹੜੀ ਵਾਰਤਾਲਾਪ ਚੱਲੂਗੀ, ਇਹ ਹੌਲੀ ਹੌਲੀ ਖਤਮ ਹੋ ਜਾਏਗੀ, ਕਿਉਂਕਿ ਮੀਡੀਆ ਦੇ ਵਿੱਚ ਗੱਲ ਉਹਨਾਂ ਚਿਰ ਗਰਮ ਰਹਿੰਦੀ ਆ ਜਿੰਨੇ ਚਿਰ ਮੁੱਦਾ ਰਵੇ। ਇਹ ਇੱਕ ਜਰਨਲਿਜ਼ਮ ਦੇ ਵਿੱਚ ਕੰਮ ਕਰਨ ਕਰਕੇ ਵੀ, ਵੈਸੇ ਵੀ ਆਪਾਂ ਸਾਰੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜੀ। ਅਗਰ ਇਸ ਲੜਾਈ ਨੂੰ ਕੋਈ ਸੁਚੱਜਾ ਰੰਗ ਦੇਣਾ ਹੈ, ਅਗਰ ਇਸ ਲੜਾਈ ਦੇ ਵਿੱਚ ਉਹਦੀ ਕੁਛ ਅਚੀਵ ਕੀ ਕਰਨਾ ਹੈ ਕਿ ਇਸ ਬਿਮਾਰੀ ਨੂੰ ਖਤਮ ਕਰਨਾ, ਅਚੀਵਮੈਂਟ ਆਈ ਆ, ਮਾਫੀ ਕੋਈ ਅਚੀਵਮੈਂਟ ਨਹੀਂ ਆ, ਕਿਉਂਕਿ ਉਹ ਬੰਦਾ ਆਪਣੇ ਸਿਰ ਦੇ ਉੱਤੇ ਆਈ ਮੁਸੀਬਤ ਨੂੰ ਟਾਲਣ ਵਾਸਤੇ ਮਾਫੀ ਮੰਗ ਸਕਦਾ ਹੈ। ਸਾਡੀ ਲੜਾਈ ਇੱਕ ਬੰਦੇ ਨਾਲ ਹੈ ਹੀ ਨਹੀਂ, ਸਾਡੀ ਲੜਾਈ ਉਸ ਸੋਚ ਦੇ ਨਾਲ ਆ ਜਿਸ ਸੋਚ ਦੇ ਵਿੱਚੋਂ ਦੀ ਉਸ ਬੰਦੇ ਨੇ ਇਹ ਗੱਲ ਕੀਤੀ ਹੈਗੀ ਹੈ। ਸੋ ਮੈਂ ਕੱਲ ਵੀ ਸਟੂਡੈਂਟਸ ਨੂੰ ਇਹ ਗੱਲ ਕਹੀ ਸੀ, ਅੱਜ ਇਸ ਪਲੇਟਫਾਰਮ ਤੋਂ ਦੁਬਾਰਾ ਤੋਂ ਕਹਿ ਰਿਹਾ, ਹੋਰ ਇਸ ਚੀਜ਼ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਤੇ ਲੈਣ ਨੂੰ ਤਿਆਰ ਹਾਂ ਕਿ ਤੁਸੀਂ ਸਟੂਡੈਂਟਸ ਜਿਹੜੇ ਹੋ, ਤੁਸੀਂ ਐਨਰਜੈਟਿਕ ਹੋ, ਤੁਸੀਂ ਬਹੁਤ ਦੂਰੋਂ ਆ ਕੇ ਇੱਥੇ ਵੱਡੀਆਂ ਮੱਲਾਂ ਮਾਰੀਆਂ ਨੇ, ਤੁਸੀਂ ਉਹ ਇੱਕ ਸਟੈਪ ਲਵੋ ਅੱਗੇ, ਤੁਸੀਂ ਇੱਕ ਟਾਊਨ ਹਾਲ ਜਾਂ ਕੋਈ ਜਗ੍ਹਾ ਅਰੇਂਜ ਕਰੋ ਜਿਹਦੀ ਸਪੋਰਟ ਅਸੀਂ ਫਾਈਨੈਂਸ਼ੀਅਲੀ ਕਰਨ ਨੂੰ ਤਿਆਰ ਆ, ਜਿੱਥੇ ਤੁਸੀਂ ਆਪਣੇ ਮੁੱਦੇ ਰੱਖੋ, ਤੁਸੀਂ ਲੋਕਾਂ ਨੂੰ ਦੱਸੋ ਕਿ ਤੁਸੀਂ ਤੁਹਾਨੂੰ ਇਦਾਂ ਐਕਸਪਲੋਇਟ ਕੀਤਾ ਗਿਆ। ਰੇਸ਼ੀਅਲ ਡਿਸਕ੍ਰਿਮੀਨੇਸ਼ਨਸ ਜਿਵੇਂ ਇਹ ਸਾਹਮਣੇ ਆਈ ਆ, ਉਵੇਂ ਹੋਰ ਵੀ ਹੁੰਦੀਆਂ ਨੇ, ਸੋ ਡੈਟ ਕਿ ਉਹਦੇ ਇੱਕ ਆਵਾਜ਼ ਬਣ ਕੇ, ਉਹਦੀ ਇੱਕ ਵੇਵ ਬਣ ਕੇ ਇਹਦੇ ਅਗੇਂਸਟ ਇੱਕ ਵੱਡਾ ਮੁਹਿੰਮ ਜਾਂ ਇੱਕ ਸੰਘਰਸ਼ ਸ਼ੁਰੂ ਕੀਤਾ ਜਾ ਸਕੇ। ਇਹਦੇ ਨਾਲ ਹੀ 10 ਦਸੰਬਰ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ, ਉਸ ਦੇ ਵਿੱਚ ਇੱਕ ਟਾਊਨ ਹਾਲ ਅਰੇਂਜ ਕੀਤਾ ਗਿਆ ਆ ਗੋਰ ਕਮਿਊਨਿਟੀ ਸੈਂਟਰ ਬਰੈਂਪਟਨ ਦੇ ਵਿੱਚ, ਜਿਸ ਦੇ ਵਿੱਚ ਸਟੂਡੈਂਟਸ ਦੀਆਂ ਪ੍ਰੋਬਲਮਸ ਜਿਹੜੀਆਂ ਇੰਪਲੋਇਮੈਂਟ ਰਿਲੇਟਡ ਨੇ, ਕਿਉਂਕਿ ਇਹ ਜਿਹੜਾ ਟਾਊਨ ਹਾਲ ਇੰਪਲੋਇਮੈਂਟ ਰਿਲੇਟਡ ਹੈ, ਪਰ ਅਸੀਂ ਇਸ ਦੇ ਵਿੱਚ ਇੱਕ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਟਾਰਗੇਟ ਕੀਤਾ। ਇਸ ਮੁੱਦੇ ਕਰਕੇ ਨਹੀਂ, ਇਸ ਮੁੱਦੇ ਤੋਂ ਪਹਿਲਾਂ ਹੀ ਅਸੀਂ ਉਹ ਵਿੱਚ ਰੱਖਿਆ ਹੋਇਆ, ਪਹਿਲਾਂ ਅਨਾਉਂਸਮੈਂਟ ਕੀਤੀ ਹੋਈ ਹੈ, ਮੈਨੂੰ ਯਾਦ ਹੈ ਜੀ। ਅਸੀਂ ਚਾਹਾਂਗੇ ਕਿ ਇੰਟਰਨੈਸ਼ਨਲ ਸਟੂਡੈਂਟਸ ਵੀ ਉਸ 'ਚ ਆਉਣ, ਹੋਰ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਇੱਕ ਪ੍ਰੋਬਲਮ ਨੇ, ਉਹ ਵੀ ਉੱਥੇ ਆਉਣ। ਆਈ ਥਿੰਕ ਇਟਸ ਹਾਈ ਟਾਈਮ ਕਿ ਇਸ ਮੁੱਦੇ ਦੇ ਉੱਤੇ ਖੁੱਲੀ ਡਿਬੇਟ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਡਿਬੇਟ, ਜਿਹੜਾ ਵਾਰਤਾਲਾਪ ਆ, ਉਹ ਕਈ ਚੀਜ਼ਾਂ ਦਾ ਹੱਲ ਕੱਢ ਦਿੰਦਾ ਆ। ਜਿਹੜੀ ਸੋਚ ਅਸੀਂ ਲੈ ਕੇ ਬੈਠੇ ਹਾਂ, ਹੋ ਸਕਦਾ ਹੈ ਕਿ ਅਸੀਂ ਉਸ ਚੀਜ਼ ਨੂੰ ਚੇਂਜ ਕਰ ਸਕੀਏ ਤੇ ਉਹਦਾ ਸਹੀ ਦਿਸ਼ਾ, ਉਹਦੀ ਸਹੀ ਡਾਇਰੈਕਸ਼ਨ ਲੈ ਸਕੀਏ। ਜੀ ਸੰਦੀਪ ਜੀ, ਮੈਂ ਚਾਹਾਂਗਾ ਕਿ ਸਟੂਡੈਂਟਸ ਦੀਆਂ ਜਿੱਥੇ ਅਸੀਂ ਬਾਕੀ ਸਮੱਸਿਆਵਾਂ ਦੀਆਂ ਗੱਲਾਂ ਕਰਦੇ, ਸਮਾਜਿਕ ਤੌਰ ਤੇ ਸਟੂਡੈਂਟਸ ਨੂੰ ਕੀ ਫੇਸ ਕਰਨਾ ਪੈ ਰਿਹਾ ਉਹਦੀ ਗੱਲ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਟੂਡੈਂਟ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਦੇ ਉੱਪਰ ਵੀ ਸਾਡਾ ਫਰਜ਼ ਬਣਦਾ ਥੋੜੀ ਜਿਹੀ ਗੱਲ ਜ਼ਰੂਰ ਕਰੀਏ। 19 ਤਰੀਕ ਨੂੰ ਜਿਹੜੇ ਹੈਗੇ ਆ ਕੁਝ ਲਾਅ ਚੇਂਜ ਹੋਏ ਨੇ, ਕੁਝ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਏ ਨੇ, ਆਪਾਂ ਉਹਦੇ ਉੱਪਰ ਜ਼ਰੂਰ ਗੱਲ ਕਰਾਂਗੇ। ਮੈਂ ਚਾਹਾਂਗਾ ਕਿ ਇਮੀਗ੍ਰੇਸ਼ਨ ਦੇ ਵਾਸਤੇ ਕਿਸੇ ਇਮੀਗ੍ਰੇਸ਼ਨ ਐਕਸਪਰਟ ਤੋਂ ਹੀ ਜਿਹੜੀ ਹੈਗੀ ਉਹ ਗੱਲਬਾਤ ਜਿਹੜੀ ਹੈ ਮੈਂ ਕਰਾਵਾਂ, ਤਾਂ ਕਿ ਅਗਰ ਸਾਨੂੰ ਕੋਈ ਸਟੂਡੈਂਟ ਦੇਖ ਰਹੇ ਨੇ ਉਹਨਾਂ ਨੂੰ ਨਵੇਂ ਲਾਅ ਦੇ ਵਿੱਚ ਕੀ ਚੇਂਜਸ ਆਈਆਂ ਨੇ, ਜਾਂ ਸਟੂਡੈਂਟਸ ਨੂੰ ਕੀ ਸਮੱਸਿਆਵਾਂ ਪਹਿਲਾਂ ਆ ਰਹੀਆਂ ਸੀ ਜਿਹੜੀਆਂ ਹੁਣ ਨਹੀਂ ਆ ਸਕਦੀਆਂ, ਜਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਲੈਣ ਵੇਲੇ ਸਮੱਸਿਆਵਾਂ ਨਾ ਆਉਣ। ਉਹਦੇ ਵਾਸਤੇ ਮੈਂ ਮੋਨਿਤ ਪਾਲ ਜੀ ਜੋ ਜੈਟ ਇਮੀਗ੍ਰੇਸ਼ਨ ਤੋਂ ਨੇ, ਮੈਂ ਉਹਨਾਂ ਨੂੰ ਆਪਣੇ ਨਾਲ ਲੈਣਾ ਚਾਹਾਂਗਾ ਜੀ। ਫੋਨ ਲਾਈਨ ਤੇ ਮੇਰੇ ਨਾਲ ਮੋਨਿਤ ਜੀ ਜੁੜ ਚੁੱਕੇ ਨੇ। ਮੋਨਿਤ ਪਾਲ ਜੀ, ਸਵਾਗਤ ਹੈ ਤੁਹਾਡਾ ਭਗਤ ਦੀਆਂ ਖਬਰਾਂ ਵਿੱਚ। ਥੈਂਕ ਯੂ ਥਿੰਨ ਸਾਹਿਬ, ਔਰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਦੁਬਾਰਾ ਚੱਕ ਦੇ ਟੀਵੀ ਤੇ ਡਿਬੇਟ ਤੇ ਆਇਆ ਹਾਂ, ਔਰ ਮੇਰੀ ਇਹ ਬਹੁਤ ਜ਼ਿਆਦਾ ਖਾਹਿਸ਼ ਸੀ ਜਦੋਂ ਅਸੀਂ ਪ੍ਰੋਗਰਾਮ ਕਰਦੇ ਸੀਗੇ ਇਮੀਗ੍ਰੇਸ਼ਨ ਟਾਈਮ ਵਿਦ ਮੋਨਿਤ ਪਾਲ ਸੋਨੀ, ਮੈਂ ਡਿਬੇਟ ਤੇ ਲੈ ਕੇ ਆਵਾਂ, ਮੈਂ ਡਿਬੇਟ ਤੇ ਆਵਾਂ, ਔਰ ਖੁਸ਼ੀ ਨਾਲ ਇਹ ਸਮਾਂ ਆ ਗਿਆ ਹੈ। ਔਰ ਸਾਰੇ ਪਹਿਲਾਂ ਇਹ ਸਾਰੇ ਹੀ ਜਿਹੜੇ ਪਾਰਟਿਸਪੈਂਟਸ ਨੇ ਔਰ ਸਾਰੇ ਹੀ ਜਿਹੜੇ ਚੈਨਲ ਦੇ ਸਰੋਤੇ ਹੈ,
ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮੋਨੀ ਜੀ, ਪਿਛਲੇ ਕੁਝ ਦਿਨਾਂ ਤੋਂ ਕੁਝ ਸਟੂਡੈਂਟਸ ਦੇ ਮੁੱਦੇ ਜਿਹੜੇ ਹੈਗੇ ਨੇ ਕਾਫੀ ਉੱਭਰ ਕੇ ਸਾਹਮਣੇ ਆਏ ਨੇ, ਪਰ ਜੇ ਆਪਾਂ ਅਸਲ ਮੁੱਦੇ ਦੀ ਗੱਲ ਕਰੀਏ ਤਾਂ 19 ਤਰੀਕ ਤੋਂ ਸਟੂਡੈਂਟਸ ਕਾਫੀ ਕਨਫਿਊਜ਼ ਨੇ ਕਿ ਨਵੇਂ ਜਿਹੜੇ ਰੂਲਸ ਆਏ ਨੇ ਉਹਨਾਂ ਰੂਲਸ ਦੇ ਨਾਲ ਸਟੂਡੈਂਟਸ ਨੂੰ ਕੀ ਫਾਇਦਾ ਹੋਇਆ, ਨੁਕਸਾਨ ਹੋਇਆ, ਜਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਕਿਹੜੀਆਂ ਗੱਲਾਂ ਦਾ ਹੁਣ ਧਿਆਨ ਰੱਖਣਾ ਚਾਹੀਦਾ? ਠੀਕ ਹੈ, ਇਸ ਤੋਂ ਪਹਿਲਾਂ ਥਿੰਦ ਸਾਹਿਬ ਮੈਂ ਥੋੜਾ ਜਿਹਾ ਲਿਬਰਟੀ ਲਵਾਂਗਾ ਤੁਹਾਡੇ ਤੋਂ ਵੀ ਚੱਕ ਟੀਵੀ ਚੈਨਲ ਦਾ ਪਾਰਟ ਹੋਣ ਦੇ ਨਾਤੇ ਕਿ ਇਹਦੇ ਵਿੱਚ ਦੋ ਧਿਰਾਂ ਨੇ ਜਿਹੜਾ ਹੁਣ ਬਵਾਲ ਉੱਠਿਆ ਹੋਇਆ ਹੈ ਔਰ ਸਾਰੇ ਪਾਸੇ ਚਰਚਾ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਤੇ। ਸਭ ਤੋਂ ਪਹਿਲਾਂ ਦੋ ਧਿਰਾਂ ਨੇ ਜਿਹੜੇ ਤਾਂ ਪ੍ਰੋ ਸਟੂਡੈਂਟਸ ਨੇ ਔਰ ਜੋ ਐਂਟੀ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ। ਮੈਂ ਸਭ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਕਨਸੈਪਟ ਜੋ ਹੈ ਉਹ ਆਲਮੋਸਟ ਤੁਸੀਂ ਕਹਿ ਲਓ ਵੀ 6000 ਸਾਲ ਪਿੱਛੇ ਜਾਂਦਾ ਹੈ, ਜਦੋਂ ਤਕਸ਼ਿਲਾ ਯੂਨੀਵਰਸਿਟੀ ਐਸਟੈਬਲਿਸ਼ ਕੀਤੀ ਗਈ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ। ਤਾਂ ਇੰਟਰਨੈਸ਼ਨਲ ਜਿਹੜੀ ਸਿੱਖਿਆਰਥੀਆਂ ਦੀ ਜਿਹੜੀ ਮੂਵਮੈਂਟ ਹੈ ਅੰਤਰਰਾਸ਼ਟਰੀ ਪੱਧਰ ਤੇ ਉਹ ਕੋਈ ਅੱਜ ਦੀ ਨਹੀਂ ਹੈ, ਸਭ ਤੋਂ ਪਹਿਲਾਂ। ਦੂਸਰੀ ਚੀਜ਼ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਉਹ ਮੇਰੀ ਜਿਹੜੀ ਰਿਕੁਐਸਟ ਹੈ ਉਹ ਸੋਸ਼ਲ ਮੀਡੀਆ ਨੂੰ ਔਰ ਮੀਡੀਆ ਨੂੰ, ਮਾਫ ਕਰਨਾ ਤੁਸੀਂ ਵਿੱਚ ਆਉਂਦੇ ਹੋ, ਔਰ ਪ੍ਰਿੰਟ ਮੀਡੀਆ ਨੂੰ ਔਰ ਆਮ ਤੌਰ ਤੇ ਜਿਹੜੀ ਸੁਸਾਇਟੀ ਨੂੰ ਆ ਕਿ ਇਹਦੇ ਉੱਪਰ ਮੀਡੀਆ ਬਾਜ਼ੀ ਔਰ ਇਹਦੇ ਉੱਤੇ ਰਾਜਨੀਤੀ ਬੰਦ ਕੀਤੀ ਜਾਵੇ, ਕਿਉਂਕਿ ਇਸ ਚੀਜ਼ ਦੇ ਦੋਨੋਂ ਹੀ ਪੱਖ ਹਨ। ਜਿਵੇਂ ਕਿ ਸਮਾਜ ਦੇ ਦੋਨੋਂ ਹੀ ਹਿੱਸੇ, ਦੋਨੋਂ ਹੀ ਪੱਖ ਹੁੰਦੇ ਹਨ ਹਰ ਇੱਕ ਚੀਜ਼ ਤੇ। ਚਾਹੇ ਤੁਸੀਂ ਇੱਥੋਂ ਦੀ ਯੂਥ ਬਾਰੇ ਗੱਲ ਕਰ ਲਓ, ਇੱਥੋਂ ਦੀ ਯੂਥ 'ਚ ਬਹੁਤ ਸਾਰੇ ਚੰਗੇ ਬੱਚੇ ਆ ਔਰ ਬਹੁਤ ਸਾਰੇ ਮਾੜੇ ਬੱਚੇ ਆ। ਇੰਟਰਨੈਸ਼ਨਲ ਸਟੂਡੈਂਟ ਮਤਲਬ ਜਿਹੜੀ ਯੂਥ ਹੈ ਉਹਦੇ ਵਿੱਚ ਹਰ ਤਰ੍ਹਾਂ ਦਾ ਇੱਕ ਐਲੀਮੈਂਟ ਹੈ, ਚਾਹੇ ਉਹ ਯੂਥ ਇੰਟਰਨੈਸ਼ਨਲ ਸਟੂਡੈਂਟ ਹੈ ਚਾਹੇ ਇੱਥੋਂ ਦਾ ਬੋਰਨ ਸਟੂਡੈਂਟ ਹੈ। ਇਹ ਸਾਨੂੰ ਜਿਹੜੀ ਚੀਜ਼ ਹੈ ਉਹ ਇੱਕ ਐਡਮਿਟ ਕਰਨੀ ਪਏਗੀ, ਇੱਕ ਸਹਿਨ ਕਰਨੀ ਪਏਗੀ। ਜੇ ਅਸੀਂ ਸਾਰੇ ਇੰਡੀਆ 'ਚ ਹੁੰਦੇ ਤਾਂ ਇੰਡੀਆ ਦੇ ਵਿੱਚ ਵੀ ਜੋ ਕਾਲਜਾਂ ਸਕੂਲਾਂ ਦੇ ਵਿੱਚ ਜੋ ਮਾਹੌਲ ਹੈ ਉਹਦੇ ਵਿੱਚ ਦੋਨੋਂ ਤਰ੍ਹਾਂ ਦਾ ਐਲੀਮੈਂਟ ਹੈ। ਸੋ ਇਹ ਮੇਰੀ ਰਿਕੁਐਸਟ ਹੈ ਕਿ ਉਹ ਇਹ ਹੈ ਕਿ ਇੱਕ ਘਰ ਦੇ ਵਿੱਚ ਇੱਕੋ ਹੀ ਮਾਂ ਤੋਂ ਜਿਹੜੇ ਜਨਮੇ ਦੋ ਬੱਚੇ ਹਨ ਉਹ ਅਲੱਗ ਤਰ੍ਹਾਂ ਦੇ ਹੁੰਦੇ ਹਨ ਔਰ ਇੱਕ ਰਾਮ ਜੰਮਦਾ ਹੈ ਔਰ ਇੱਕ ਰਾਵਣ ਜੰਮਦਾ ਹੈ। ਸੋ ਇਹਦੇ ਉੱਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਬਵਾਲ ਹੈ ਉਹ ਬੰਦ ਕੀਤਾ ਜਾਵੇ, ਕਿਉਂਕਿ ਜਿਹੜੀ ਸਭ ਤੋਂ ਜ਼ਿਆਦਾ ਗਾਜ ਹੈ ਇਸ ਚੀਜ਼ ਦੀ ਉਹ ਇੰਟਰਨੈਸ਼ਨਲ ਸਟੂਡੈਂਟ ਤੇ ਹੀ ਵਾਪਸ ਗਿਰੇਗੀ। ਕੀ ਹੋ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਮੋਨੀ ਜੀ ਇਸੇ ਕਰਕੇ ਜਦੋਂ ਮੈਂ ਕੋਸ਼ਿਸ਼ ਕੀਤੀ ਹੈ, ਮੋਨੀ ਜੀ ਇਸੇ ਕਰਕੇ ਪੂਰੇ ਸ਼ੋਅ ਦੇ ਦੌਰਾਨ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਉਧਰ ਨੂੰ ਗੱਲ ਨਾ ਲਿਜਾ ਕੇ ਅਸੀਂ ਰੀਅਲ ਸਟੂਡੈਂਟਸ ਦੇ ਜਿਸ ਮੁੱਦੇ ਤੇ ਗੱਲ ਕਰੀਏ। ਆਪਣੇ ਵੱਲੋਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਸੌਰੀ ਪਹਿਲੀ ਵਾਰ ਤੁਹਾਡੇ ਤੇ ਜ਼ੋਰ ਪਾਇਆ ਹੈ ਜੀ ਕਿ ਇਸ ਚੀਜ਼ ਦੀ ਗਾਜ ਜੋ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਔਰ ਇਮੀਗ੍ਰੈਂਟ ਦੋਨਾਂ ਤੇ ਹੀ ਡਿੱਗੇਗੀ ਜੀ, ਕਿਉਂਕਿ ਇਮੀਗ੍ਰੈਂਟ ਇਹ ਕਹਿ ਰਹੇ ਹਨ ਕਿ ਸਟੂਡੈਂਟ ਇਲੀਗਲ ਕੰਮ ਕਰਦੇ ਹਨ, ਸਟੂਡੈਂਟ ਇਹ ਕਹਿੰਦੇ ਹਨ ਕਿ ਤੁਸੀਂ ਮਾਵਾਂ ਭੈਣਾਂ ਨਾਲ ਵਿਆਹ ਕਰਾ ਕੇ ਆਏ ਹੋ। ਮੇਰੇ ਕਹਿਣ ਦਾ ਮਤਲਬ ਹੈ ਵੀ ਇਸ ਚੀਜ਼ ਨੂੰ ਛੱਡ ਕੇ ਐਕਚੁਅਲ ਮੁੱਦੇ ਨੂੰ ਫੜਿਆ ਜਾਵੇ ਔਰ ਜਿਹੜੀ ਇੱਕ ਚੀਜ਼ ਜਿਹੜੀ ਕਿ ਸੁਸਾਇਟੀ ਨੂੰ ਨਹੀਂ ਪਤਾ ਹੈ, ਕੈਨੇਡਾ ਦਾ ਜਿਹੜਾ GDP ਹੈ ਟੂ ਇੰਟਰਨੈਸ਼ਨਲ ਸਟੂਡੈਂਟਸ ਤੀਜਾ ਬੈਸਟ ਅਰਨਰ ਹੈ। ਔਰ change.org ਤੇ ਜਾ ਕੇ ਤੁਸੀਂ ਸਾਡੀ ਪਟੀਸ਼ਨ ਤੇ ਜਾ ਸਕਦੇ ਹੋ, ਮੇਕ ਕੈਨੇਡੀਅਨ ਇਮੀਗ੍ਰੇਸ਼ਨ ਈਜ਼ੀਅਰ ਫॉर ਇੰਟਰਨੈਸ਼ਨਲ ਸਟੂਡੈਂਟਸ। ਉਸ ਤੇ ਸਾਰੇ ਫੈਕਟਸ ਦਿੱਤੇ ਗਏ ਹਨ। ਔਰ ਹੁਣ ਮੈਂ ਤੁਹਾਡੇ ਸਵਾਲ ਤੇ ਆਉਂਦਾ ਹਾਂ ਕਿ ਕੀ ਵਾਕਿਆ ਹੀ ਸੌਖਾ ਕੀਤਾ ਗਿਆ ਹੈ ਇਮੀਗ੍ਰੇਸ਼ਨ ਨੂੰ ਜਾਂ ਨਹੀਂ। ਮੈਂ ਕੋਈ ਪਾਰਟੀਸਨ ਨਹੀਂ ਹਾਂ, ਮੈਂ ਨਾ ਤਾਂ ਲਿਬਰਲ ਪਾਰਟੀ ਵੱਲ ਹਾਂ ਨਾ ਕੰਜ਼ਰਵੇਟਿਵ ਪਾਰਟੀ ਵੱਲ ਹਾਂ। ਮੈਂ ਆਪਣੇ ਪ੍ਰੋਫੈਸ਼ਨ ਨਾਲ ਤੇ ਆਪਣੇ ਕਲਾਇੰਟਸ ਨਾਲ ਔਰ ਇਮੀਗ੍ਰੈਂਟਸ ਔਰ ਇਮੀਗ੍ਰੇਸ਼ਨ ਦੇ ਨਾਲ ਇੱਕ ਮੇਰਾ ਜੋ ਸਾਂਝ ਹੈ ਉਹਦੇ ਸਾਹਮਣੇ ਮੈਂ ਇਹ ਗੱਲ ਕਰਦਾ ਹਾਂ ਕਿ ਜੋ ਇੱਕ ਬਹੁਤ ਵੱਡਾ ਸੁਪਨਾ ਜਾਂ ਬਹੁਤ ਵੱਡਾ ਸਬਜ਼ ਬਾਗ ਜੋ ਦਿਖਾਇਆ ਗਿਆ ਸੀ ਜਾਂ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਵੀ ਸ਼ੋਇੰਗ ਸਮਬਡੀ ਅ ਗਾਰਡਨ ਪਾਥ, ਉਹ ਸਹੀ ਨਹੀਂ ਨਿਕਲਿਆ। ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੀਂ ਆਸਾਨ ਕਰਾਂਗੇ, ਉਹ ਇੰਨੀ ਆਸਾਨੀ ਨਹੀਂ ਹੋਈ ਹੈ। ਹਾਲਾਂਕਿ ਇੱਕ ਜਿਹੜੀ ਸ਼ਲਾਘਾਯੋਗ ਕਦਮ ਉਹ ਇਹ ਹੈ ਕਿ ਜਿਹੜਾ LMO ਦੇ ਜਿੰਨੇ ਜਾਂ LMI ਦੇ ਜਿੰਨੇ ਕੈਂਡੀਡੇਟਸ ਹਨ ਜਿਹੜੇ ਕਿ 100-150 ਪੁਆਇੰਟ ਜਿਹੜੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਹੋਣ ਦੇ ਬਾਵਜੂਦ ਵੀ 600 ਪੁਆਇੰਟਸ LMI ਦੇ ਲੈ ਕੇ ਉਹ ਪਾਰ ਹੋ ਜਾਂਦੇ ਸਨ, ਉਹਨਾਂ ਦੇ ਪੁਆਇੰਟਸ 50 ਕਰ ਦਿੱਤੇ ਗਏ ਹਨ ਔਰ ਕੁਝ ਪ੍ਰੋਫੈਸ਼ਨਸ ਦੇ ਪੁਆਇੰਟ 200 ਕੀਤੇ ਗਏ ਹਨ। ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਉਹ ਇੱਕ ਐਸੀ ਇੱਕ ਚੋਰ ਮੋਰੀ
ਬੈਕਡੋਰ ਜਾਂ ਇੱਕ ਲੂਪ ਹੋਲ ਸੀਗਾ ਜਿਹਦੇ ਥਰੂ LMIA ਹੋਲਡਰ ਜਿਹੜੇ ਕਿ ਆਮ ਤੌਰ ਤੇ ਸੁਸਾਇਟੀ ਦੇ ਵਿੱਚ ਘੱਟ ਕੰਪੀਟੈਂਟ ਹਨ, ਉਹ ਇਮੀਗ੍ਰੇਸ਼ਨ ਦੇ ਦਰਵਾਜ਼ੇ ਦੇ ਅੰਦਰ ਆ ਸਕ ਰਹੇ ਸੀ, ਔਰ ਉਹਦੀ ਬਜਾਏ ਜਿਹੜੇ PhD ਮਾਸਟਰ ਡਿਗਰੀ ਇੰਜੀਨੀਅਰ ਸਾਇੰਟਿਸਟ ਸਨ ਉਹ ਨਹੀਂ ਆ ਸਕ ਰਹੇ ਸੀ। ਉਹ ਇੱਕ ਸ਼ਲਾਘਾਯੋਗ ਕਦਮ ਹੈ। ਪਰ ਜਿਹੜਾ ਕਿ ਇੱਕ ਇਲੈਕਸ਼ਨ ਪ੍ਰੋਮਿਸ ਸੀਗਾ ਕਿ ਸਟੂਡੈਂਟਸ ਨੂੰ ਸੌਖਾ ਕੀਤਾ ਜਾਏਗਾ, ਉਹ ਇੰਨਾ ਸੌਖਾ ਤਾਂ ਨਹੀਂ ਕੀਤਾ ਗਿਆ ਹੈ, ਜਿਹਦੇ ਵਿੱਚ ਇਹ ਕੀਤਾ ਗਿਆ ਹੈ ਕਿ 1 ਤੋਂ 2 ਸਾਲ ਦੇ ਜਿਹੜੇ ਪ੍ਰੋਗਰਾਮ ਦੇ ਸਟੂਡੈਂਟਸ ਹਨ ਉਹਨਾਂ ਨੂੰ 15 ਪੁਆਇੰਟਸ ਐਕਸਟਰਾ ਦਿੱਤੇ ਗਏ ਹਨ। 3 ਸਾਲ ਤੋਂ ਉੱਪਰ ਜਾਂ ਮਾਸਟਰ ਡਿਗਰੀ ਦੇ ਜਿਹੜੇ ਸਟੂਡੈਂਟ ਜਿਹੜੇ ਹਨ, ਮਾਸਟਰ ਡਿਗਰੀ ਹੋਲਡਰ ਸਟੂਡੈਂਟ ਹਨ, ਉਹਨਾਂ ਨੂੰ 30 ਪੁਆਇੰਟ ਦਿੱਤੇ ਗਏ ਹਨ, ਜਿਹਦੇ ਨਾਲ ਮੈਂ ਇਹ ਸਮਝਦਾ ਹਾਂ ਕਿ ਕੰਪੀਟੀਸ਼ਨ ਉੱਥੇ ਦਾ ਉੱਥੇ ਹੀ ਹੈ। ਹਾਲਾਂਕਿ ਕੁਝ ਸਟੂਡੈਂਟਸ ਜਾਂ ਕੁਝ ਜਿਹੜੇ ਕੈਂਡੀਡੇਟਸ ਹਨ ਉਹ ਪਾਰ ਕਰ ਪਾਏ ਹਨ ਇਸ ਜਿਹਨੂੰ ਕਹਿੰਦੇ ਹਨ ਲਕਸ਼ਮਣ ਰੇਖਾ ਨੂੰ, ਪਰ ਕਿਤੇ ਨਾ ਕਿਤੇ ਇੰਟਰਨੈਸ਼ਨਲ ਜੋ ਸਟੂਡੈਂਟ ਹੈ ਉਹ ਹਾਰ ਗਿਆ ਹੈ। ਉਹਦਾ ਰੀਜ਼ਨ ਇਹ ਹੈ ਕਿ ਉੱਥੋਂ ਜੋ ਸਟੂਡੈਂਟ ਇੰਨੇ ਪੈਸੇ ਖਰਚਦਾ ਹੈ, ਇੰਨੇ ਪੈਸੇ ਇੱਥੇ ਲੈ ਕੇ ਆਉਂਦਾ ਹੈ, ਉਹ ਕੈਨੇਡਾ ਇਸ ਕਰਕੇ ਆਉਂਦਾ ਹੈ ਕਿ ਕੈਨੇਡਾ ਉਸ ਨੂੰ ਇੱਕ ਹੋਪ ਦਿੰਦਾ ਹੈ ਕਿ ਕੱਲ ਨੂੰ ਜੇ ਉਹ ਪੱਕਾ ਹੋਣਾ ਚਾਹਵੇ ਜਾਂ ਕੈਨੇਡਾ ਨੂੰ ਆਪਣਾ ਘਰ ਬਣਾਉਣਾ ਚਾਹਵੇ ਤਾਂ ਬਣਾ ਸਕਦਾ ਹੈ। ਬਜਾਏ ਇਹਦੇ ਜੇ ਅਸੀਂ ਐਜੂਕੇਸ਼ਨ ਦੀ ਗੱਲ ਦੇਖੀਏ ਤਾਂ ਕੈਨੇਡਾ ਦੇ ਕੰਪੀਟੀਸ਼ਨ ਦੇ ਵਿੱਚ ਇੰਗਲੈਂਡ, ਆਸਟ੍ਰੇਲੀਆ, USA ਹੋਰ ਸਾਰੇ ਕੰਟਰੀਜ਼ ਹਨ, ਪਰ ਜਿਹੜੇ ਇਹ ਸਟੂਡੈਂਟਸ ਹਨ ਉਹ ਕੈਨੇਡਾ ਨੂੰ ਆਪਣਾ ਦੇਸ਼ ਇਸ ਕਰਕੇ ਚੁਣਦੇ ਹਨ ਕਿ ਜੇ ਉਹਨਾਂ ਦਾ ਮਨ ਬਣੇ ਕਿ ਇਸ ਦੇਸ਼ ਦੇ ਵਿੱਚ ਰਹਿਣਾ ਹੈ ਤਾਂ ਇੱਥੇ ਸੌਖਾ ਹੈ, ਬਟ ਉਹ ਪਰਪਸ ਕਿਤੇ ਡਿਫੀਟ ਹੋ ਗਿਆ ਹੈ। ਦੂਸਰੀ ਚੀਜ਼ ਜਿਹੜੀ ਮੈਂ ਕਹਿਣਾ ਚਾਹਾਂਗਾ, ਸੌਰੀ ਮੇਰਾ ਸੈਂਟੈਂਸ ਲੰਬਾ ਹੋ ਗਿਆ, ਦੂਸਰੀ ਚੀਜ਼ ਜਿਹੜੀ ਮੈਂ ਕਹਿਣਾ ਚਾਹਾਂਗਾ ਉਹ ਇਹ ਹੈ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹਨ ਉਹ ਕਿਸੇ ਨਾ ਕਿਸੇ ਤਰ੍ਹਾਂ ਇਕੋਨਮੀ ਨੂੰ ਕੰਟਰੀਬਿਊਟ ਕਰਦੇ ਹਨ। ਪ੍ਰੋਜ਼ ਐਂਡ ਕੌਨਸ ਹਰ ਚੀਜ਼ 'ਚ ਹੁੰਦੇ ਹਨ। ਪ੍ਰੋਜ਼ ਐਂਡ ਕੌਨਸ ਮੌਰਗੇਜ ਇੰਡਸਟਰੀ 'ਚ ਹੈਗੇ ਆ ਚੰਗੇ ਮਾੜੇ ਐਲੀਮੈਂਟ, ਪ੍ਰੋਜ਼ ਐਂਡ ਕੌਨਸ ਰੀਅਲ ਐਸਟੇਟ ਇੰਡਸਟਰੀ 'ਚ ਹੈਗੇ ਆ ਚੰਗੇ ਮਾੜੇ ਐਲੀਮੈਂਟ, ਪ੍ਰੋਜ਼ ਐਂਡ ਕੌਨਸ ਅਨਐਮਪਲੋਇਮੈਂਟ ਬੈਨੀਫਿਟਸ ਜਾਂ ਡਿਸੇਬਿਲਿਟੀ ਬੈਨੀਫਿਟਸ ਹੈਗੇ ਆ। ਮਤਲਬ ਕਹਿਣ ਦਾ ਮਤਲਬ ਵੀ ਚੰਗੇ ਮਾੜੇ ਇਨਸਾਨ ਜ਼ਿੰਦਗੀ ਦੇ ਹਰ ਖੇਤਰ 'ਚ ਹਨ, ਸਮਾਜ ਦੇ ਹਰ ਖੇਤਰ 'ਚ ਹਨ, ਦੁਨੀਆ ਦੇ ਹਰ ਖੇਤਰ 'ਚ ਹਨ। ਪਰ ਕਿਤੇ ਨਾ ਕਿਤੇ ਜਿਹੜੇ ਸਟੂਡੈਂਟ ਦੇ ਹੱਥ ਭੀਚੇ ਗਏ ਹਨ ਇਸ ਚੱਕਰ ਦੇ ਵਿੱਚ ਕਿ ਉਹਨਾਂ ਨੂੰ ਇੱਕ ਪ੍ਰੋਮਿਸ ਦਿੱਤਾ ਗਿਆ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਸੌਖੇ ਪੱਕੇ ਹੋ ਸਕਣਗੇ, ਪਰ ਜਿਹੜਾ ਬੱਚਾ 12 ਪਾਸ ਕਰਕੇ ਇੱਥੇ 2 ਸਾਲ ਆ ਕੇ ਪੜ੍ਹਦਾ ਹੈ, 1 ਤੋਂ 2 ਸਾਲ ਉਹ ਸਖਤ ਮਿਹਨਤ ਕਰਦਾ ਹੈ, ਕੰਮ ਕਰਦਾ ਹੈ, ਟੈਕਸ ਪੇ ਕਰਦਾ ਹੈ ਔਰ ਸਰਕਾਰ ਤੋਂ ਕਿਸੇ ਵੀ ਭੱਤੇ ਦਾ, ਕਿਸੇ ਵੈਲਫੇਅਰ ਦਾ ਉਹ ਜਾਚਕ ਨਹੀਂ ਹੈ। ਕਿਤੇ ਨਾ ਕਿਤੇ ਜੋ ਜਿਵੇਂ ਮੈਂ ਕਿਹਾ ਹੈ ਕਿ ਉਹਦੀਆਂ ਉਂਗਲੀਆਂ ਭੀਚੀਆਂ ਗਈਆਂ ਹਨ, ਤਾਂ ਇਹਦੇ ਬਾਰੇ ਹੋ ਸਕਦਾ ਹੈ ਕਿ ਸਟੂਡੈਂਟਸ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਤਾਂ ਜਿਵੇਂ ਪਹਿਲਾਂ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਟਾਊਨ ਹਾਲ ਮੀਟਿੰਗ ਕਰ ਰਹੇ ਹਾਂ, ਅਸੀਂ ਵੀ ਉਸ ਟਾਊਨ ਹਾਲ ਮੀਟਿੰਗ 'ਤੇ ਪਹੁੰਚਣਾ ਚਾਹਾਂਗੇ ਔਰ ਜਿਵੇਂ ਅਸੀਂ ਸ਼ੁਰੂ ਕੀਤੀ ਹੈ ਆਪਣੀ ਕੀ ਕਹਿੰਦੇ ਹੁੰਦੇ ਆ ਇੱਕ ਪਟੀਸ਼ਨ, ਉਹਦੇ 'ਤੇ ਸਾਈਨ ਕਰਨਾ ਚਾਹੁੰਦਾ ਹਾਂ। ਹਾਲਾਂਕਿ ਸਰਕਾਰ ਦੀ ਨੀਤ ਦੇ ਵਿੱਚ ਕੋਈ ਖੋਟ ਨਹੀਂ ਹੈ, ਸਰਕਾਰ ਦੀ ਨੀਤੀ ਦੇ ਵਿੱਚ ਕੋਈ ਖੋਟ ਨਹੀਂ ਹੈ, ਪਰ ਸਟੂਡੈਂਟਸ ਵਾਸਤੇ ਕੁਝ ਬਿਹਤਰ ਕੀਤਾ ਜਾ ਸਕਦਾ ਸੀ ਤਾਂ ਜੋ ਮਾਂ ਪਿਓ ਜੋ ਬੈਂਕਾਂ ਤੋਂ ਕਰਜ਼ੇ ਚੱਕ ਕੇ ਜ਼ਮੀਨਾਂ ਗਹਿਣੇ ਰੱਖ ਕੇ ਆਪਦੀਆਂ ਕੁੜੀਆਂ ਓਵਰ ਏਜ ਕੁੜੀਆਂ ਕਰਕੇ ਇੱਥੇ ਬੱਚਿਆਂ ਨੂੰ ਭੇਜਦੇ ਹਨ ਤਾਂ ਜੋ ਸੁਨਹਿਰਾ ਭਵਿੱਖ ਲੈ ਸਕਣ, ਉਹਨਾਂ ਨੂੰ ਜਿਹੜਾ ਕੀਤਾ ਜੋ ਵਾਅਦਾ ਹੈ, ਜੋ ਰੈਗੂਲੇਸ਼ਨ ਨੇ ਇੱਕ ਵਾਅਦਾ ਕੀਤਾ ਹੈ ਕਿ ਤੁਸੀਂ ਇੱਥੇ ਆ ਕੇ ਪੱਕੇ ਹੋ ਸਕਦੇ ਹੋ, ਉਹ ਵਾਅਦਾ ਥੋੜਾ ਜਿਹਾ ਫਿੱਕਾ ਪੈ ਗਿਆ। ਜੀ ਮੋਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਸਮਾਂ ਸਾਡੇ ਪ੍ਰੋਗਰਾਮ ਦਾ ਹੋ ਚੁੱਕਿਆ ਪਰ ਤੁਸੀਂ ਸਾਡੇ ਨਾਲ ਜੁੜੇ ਹੋਏ ਸੀਗੇ, ਤੁਸੀਂ ਸਾਡੇ ਨਾਲ ਹੀ ਰਹੋ ਪ੍ਰੋਗਰਾਮ ਦੀ ਸਮਾਪਤੀ ਤੱਕ। ਅਗਰ ਕੋਈ ਹੋਰ ਸਵਾਲ ਤੁਹਾਡੇ ਨਾਲ ਕਰਨਾ ਹੋਵੇ, ਸੰਦੀਪ ਜੀ ਕੁਝ ਗੱਲ ਕਰਨੀ ਚਾਹੁੰਦੇ ਆ? ਮੈਂ ਸੰਦੀਪ ਜੀ ਸਾਡੇ ਕੋਲ ਸਮਾਂ 5 ਮਿੰਟ ਉੱਪਰ ਹੋ ਚੁੱਕਿਆ, ਅਗਲੇ ਅਸੀਂ ਸ਼ੋਅ ਵੱਲ ਨੂੰ ਜਾਣਾ, ਪਰ ਮੈਂ ਚਾਹਾਂਗਾ ਕਿ ਤੁਸੀਂ ਐਂਡ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਕਲੋਜ਼ਿੰਗ ਕਮੈਂਟ ਆ ਦਿਓ। ਮੋਨੀ ਜੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਔਰ ਇਸ ਇਸ਼ੂ ਦੇ ਨਾਲ ਮੈਂ ਜਦੋਂ ਸਟੂਡੈਂਟਸ ਨੂੰ ਮਿਲਿਆ ਤਾਂ ਮੈਨੂੰ ਕਾਫੀ ਕੁਛ ਇਹਦੇ ਨਾਲ ਪਤਾ ਵੀ ਚੱਲਿਆ ਆ। 15 ਪੁਆਇੰਟਸ ਵਾਲਾ ਜਿਹੜਾ ਇਹਨਾਂ ਨੇ ਦੱਸਿਆ, ਜਿਹੜਾ ਬੱਚਾ ਵਿਚਾਰਾ 12ਵੀਂ ਕਰਕੇ ਆ ਰਿਹਾ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਹੋ ਰਿਹਾ ਹੈਗਾ ਅਗਰ ਉਹ 1-2 ਸਾਲ ਦਾ ਕੋਰਸ ਕਰਦਾ। ਚਲੋ ਇਹ ਇੱਕ ਇਸ਼ੂਜ਼ ਹੈਗੇ ਨੇ, ਪਰ ਵਾਪਸ ਮੈਂ ਉਸ ਮੁੱਦੇ 'ਤੇ ਕਿਉਂਕਿ ਸੀਗਾ ਸਮਾਪਤੀ ਦਾ ਸਮਾਂ ਹੈ, ਸੋ ਉੱਥੇ ਜਾਂਦੇ ਹੋਏ ਇਸ ਇਸ਼ੂ ਦੇ ਉੱਤੇ ਸਰਕਾਰ ਦੀ ਜਿਹੜੀ ਨੀਅਤ ਆ ਮੈਨੂੰ ਸਾਫ਼ ਨਹੀਂ ਲੱਗਦੀ ਹੈਗੀ, ਬਾਕੀ ਦੈਟਸ ਡਿਫਰੈਂਟ। ਮੇਜਰ ਇਸ਼ੂ ਆ ਕਿ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ
ਉਹ ਕਈ ਪ੍ਰਕਾਰਾਂ ਦੀਆਂ ਹੁੰਦੀਆਂ ਨੇ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਇੱਕ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਆ। ਅੱਗੇ ਅਸੀਂ ਸੁਣਦੇ ਰਹੇ ਹਾਂ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਰੰਗ ਦੇ ਬੇਸ ਤੇ ਆ, ਗੋਰੇ ਕਾਲੇ ਬਰਾਊਨ, ਅਸੀਂ ਇਸ ਤਰੀਕੇ ਦੇ ਨਾਲ ਡਿਸਕ੍ਰਿਮੀਨੇਸ਼ਨ ਨੂੰ ਦੇਖਿਆ। ਫਿਰ 9/11 ਦਾ ਸਮਾਂ ਆਇਆ ਜਦੋਂ ਅਸੀਂ ਦਸਤਾਰ ਦੇ ਬੇਸ ਦੇ ਉੱਤੇ ਇੱਕ ਡਿਸਕ੍ਰਿਮੀਨੇਸ਼ਨ ਦੇਖੀ, ਜਿਸ ਦੇ ਵਿੱਚ ਸਿੱਖ ਤੇ ਮੁਸਲਮਾਨ ਦੀ ਕਨਫਿਊਜ਼ਨ ਦੇ ਉੱਤੇ ਡਿਸਕ੍ਰਿਮੀਨੇਸ਼ਨ ਖੜੀ ਹੋਈ। ਆਲਦੋ ਮੈਂ ਉਹਨੂੰ ਵੀ ਕੰਡੈਮ ਕਰਦਾ ਹਾਂ ਕਿ ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਸਿੱਖ ਹੋਵੇ, ਦਸਤਾਰ ਜਿਵੇਂ ਮਰਜ਼ੀ ਬੰਦਾ ਹੋਵੇ, ਡਿਸਕ੍ਰਿਮੀਨੇਸ਼ਨ ਇਜ਼ ਡਿਸਕ੍ਰਿਮੀਨੇਸ਼ਨ। ਇਹ ਇੱਕ ਨਵੀਂ ਡਿਸਕ੍ਰਿਮੀਨੇਸ਼ਨ ਸ਼ੁਰੂ ਹੋਈ ਆ। ਔਰ ਮੈਨੂੰ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਰੋਸ ਹੈ, ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਇਹ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਪਾਤਰ ਨੇ, ਇਹ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਕਰੈਕਟਰ ਨੇ, ਇਹ ਜਿਹੜੇ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਐਕਟਰਸ ਨੇ, ਇਹਨਾਂ ਦਾ ਜਿਹੜਾ ਫਰੰਟ ਫੇਸ ਆ ਉਹ ਸਾਡੀ ਕਮਿਊਨਿਟੀ ਦੇ ਬੰਦੇ ਬਣੇ ਨੇ। ਇਸ ਚੀਜ਼ ਦਾ ਮੈਨੂੰ ਹਮੇਸ਼ਾ ਰੋਸ ਰਹੇਗਾ। ਪਰ ਮੈਨੂੰ ਇਸ ਚੀਜ਼ ਤੇ ਮਾਣ ਵੀ ਹੈ ਕਿ ਜਿਹੜੀ ਮੇਰੀ ਕਮਿਊਨਿਟੀ ਆ ਉਹ ਬਹੁਤ ਸਟਰੋਂਗ ਹੈ। ਮੇਰੇ ਜਿਹੜੇ ਵੀਰ ਨੇ, ਮੇਰੇ ਜਿਹੜੇ ਯੰਗਸਟਰ ਛੋਟੇ ਭਰਾ ਨੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਜਿਨ੍ਹਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਉਹ ਇੰਨੇ ਸਟਰੋਂਗ ਨੇ ਕਿ ਇਹੋ ਜਿਹੇ ਛੋਟੇ ਤੂਫਾਨਾਂ ਨੂੰ ਉਹ ਬਹੁਤ ਸਟਰੋਂਗਲੀ ਹੈਂਡਲ ਕਰ ਸਕਦੇ ਨੇ। ਜਿੱਥੇ ਤੱਕ ਮੇਰੀਆਂ ਭੈਣਾਂ ਦੇ ਉੱਤੇ, ਸਾਡੇ ਦੋਸਤਾਂ ਦੇ ਉੱਤੇ ਇਹ ਉਂਗਲਾਂ ਚੱਕੀਆਂ ਗਈਆਂ ਨੇ, ਮੈਂ ਇਸ ਚੀਜ਼ ਨੂੰ ਅੱਜ ਸਮਾਪਤੀ ਵਾਲੇ ਦਬਾਰ ਤੋਂ ਕੰਡੈਮ ਕਰਨ ਲੱਗਿਆ। ਔਰ ਮੈਂ ਸ਼ੋਅ ਦੇ ਵਿੱਚ 2-3 ਵਾਰੀ ਇਹ ਗੱਲ ਕਹੀ ਤੇ ਇਹਨੂੰ ਬਾਰ-ਬਾਰ ਕਵਾਂਗਾ ਕਿ ਜਿਹੜੀ ਔਰਤ ਆ, ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਬਹੁਤ ਸਤਿਕਾਰ ਦਿੱਤਾ। ਉਸ ਔਰਤ ਜਿਹੜੀ ਰਾਜਿਆਂ ਨੂੰ ਜਨਮ ਦਿੱਤੀ ਆ, ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਪੀਰਾਂ ਪੈਗੰਬਰਾਂ ਦਾ ਜਨਮ ਹੋਇਆ ਆ, ਉਸ ਔਰਤ ਨੂੰ, ਉਸ ਬੱਚੀ ਨੂੰ, ਉਸ ਕੁੜੀ ਨੂੰ ਅਗਰ ਤੁਸੀਂ ਸਿਰਫ ਤੇ ਸਿਰਫ ਸੈਕਸ਼ੂਅਲ ਸਬਜੈਕਟ ਸਮਝਦੇ ਹੋ ਤੇ ਤੁਹਾਡੀ ਜਿਹੜੀ ਸੋਚ ਆ, ਤੁਹਾਡੀ ਜਿਹੜੀ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਆ, ਉਹ ਸਾਹਮਣੇ ਆਉਂਦੀ ਹੈਗੀ। ਔਰ ਮਾਫ ਕਰਿਓ, ਕੁਲਵੀਰ ਜੀ ਨੇ ਮੈਨੂੰ ਬਾਰ-ਬਾਰ ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਉਸ ਡਿਬੇਟ ਵੱਲ ਨਹੀਂ ਜਾਣਾ। ਪਰ ਮੈਂ ਸਮਾਪਤੀ ਵੇਲੇ ਇੱਕ ਗੱਲ ਜ਼ਰੂਰ ਕਵਾਂਗਾ ਕਿ ਉੱਥੇ ਇੱਕ ਮੇਰੀ ਬਜ਼ੁਰਗ ਆਂਟੀ ਨੇ ਵੀ ਜਿਹੜੀ ਸ਼ਬਦਾਵਲੀ ਵਰਤੀ ਆ ਉਹ ਨਿੰਦਨਯੋਗ ਆ। ਮੈਨੂੰ ਲੱਗਦਾ ਕਿ ਅਗਰ ਉਹ ਆਂਟੀ ਥੋੜਾ ਜਿਹਾ ਵਿਚਾਰਨ ਤਾਂ ਉਹਨਾਂ ਨੂੰ ਆਪ ਨੂੰ ਇਹ ਮਹਿਸੂਸ ਹੋਵੇਗਾ ਕਿ ਉਹ ਉਹਨਾਂ ਦੀਆਂ ਧੀਆਂ, ਉਹਨਾਂ ਦੇ ਬੱਚੇ ਹੀ ਨੇ ਜਿਹੜੇ ਬਾਹਰੋਂ ਮੁਲਕੋਂ ਆਏ ਨੇ, ਤੇ ਉਹ ਵੀ ਬਾਹਰੋਂ ਹੀ ਆਏ ਹੋਏ ਨੇ, ਉਹ ਵੀ ਇੱਥੇ ਦੇ ਨਹੀਂ ਹੈਗੇ। ਕੋਈ ਵੀ ਬੰਦਾ ਕੈਨੇਡਾ ਦਾ ਨਹੀਂ ਹੈਗਾ, ਸਾਰੇ ਅਸੀਂ ਇਮੀਗ੍ਰੈਂਟਸ ਆ। ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਜੀ। ਚਲਦੇ ਚਲਦੇ ਅਜੀਤ ਜੀ, ਕਾਫੀ ਦੇਰ ਤੋਂ ਮੈਂ ਮਾਫੀ ਚਾਹਾਂਗਾ ਕਿ ਅੱਜ ਤੁਹਾਡੇ ਵੱਲ ਮੇਰੇ ਤੋਂ ਸਮਾਂ ਨਹੀਂ ਦੇ ਹੋਇਆ। ਅਜੀਤ ਜੀ, ਤੁਸੀਂ ਚਲਦੇ ਚਲਦੇ ਕੀ ਕਹਿਣਾ ਚਾਹੋਗੇ ਜੀ? ਹਾਂ ਜਿੰਦ ਸਾਹਿਬ, ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਐਡ ਕਰਨੀ ਚਾਹਣਾ ਗੱਲ ਜੀ ਕਿ ਸਾਡੇ ਕੋਲੇ ਗੁਰੂ ਘਰਾਂ ਦੇ ਰੂਪ ਦੇ ਵਿੱਚ ਬਹੁਤ ਹੀ ਸੰਸਥਾਵਾਂ ਚੰਗੀਆਂ ਮਹਾਰਾਜ ਨੇ ਬਖਸ਼ੀਆਂ ਨੇ, ਜਿਨ੍ਹਾਂ ਕੋਲ ਸਾਧਨਾਂ ਦੀ ਵੀ ਘਾਟ ਹੈ ਨਹੀਂ ਔਰ ਉੱਥੇ ਲੋਕੀ ਵੀ ਜੁੜਦੇ ਨੇ। ਸੋ ਮੇਰਾ ਖਿਆਲ ਹੈ ਗੁਰੂ ਘਰਾਂ ਦੇ ਜਿਹੜਾ ਕੁਛ ਅਸੀਂ ਕੋਈ ਸਮਾਜਿਕ ਪ੍ਰੋਗਰਾਮ ਚਲਾਉਂਦੇ ਆ, ਧਾਰਮਿਕ ਪ੍ਰਚਾਰ ਦੇ ਚਲਾਉਂਦੇ ਆ, ਤਾਂ ਉੱਥੇ ਆਪਣੇ ਬੱਚਿਆਂ ਨੂੰ ਸਾਂਭਣ ਵਾਸਤੇ ਔਰ ਜਿਹੜੇ ਨਵੇਂ ਬੱਚੇ ਆਉਂਦੇ ਨੇ ਉਹਨਾਂ ਨੂੰ ਸਹੂਲਤਾਂ ਦੇਣ ਵਾਸਤੇ ਤੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਜ਼ਰੂਰ ਉੱਥੇ ਦਫ਼ਤਰਾਂ ਦੇ ਵਿੱਚ ਕੋਈ ਇਹੋ ਜਿਹੇ ਸੈੱਲ ਕ੍ਰੀਏਟ ਕਰਨੇ ਚਾਹੀਦੇ ਨੇ, ਜਿੱਥੇ ਬੱਚੇ ਸਾਡੇ ਜਿਹੜੇ ਪਹਿਲਾਂ ਤੋਂ ਵੀ ਆਏ ਹੋਏ ਨੇ ਜਾਂ ਜਿਹੜੇ ਨਵੇਂ ਆਉਂਦੇ ਨੇ ਉਹ ਆਪਣੀਆਂ ਮੁਸ਼ਕਲਾਂ ਦੱਸ ਸਕਣ ਤੇ ਉੱਥੋਂ ਗਾਈਡੈਂਸ ਤੇ ਆਪਣੇ ਧਰਮ ਨੂੰ ਪ੍ਰਚਾਰਨ ਦਾ ਤੇ ਉਹਦੇ ਨੂੰ ਅੱਗੇ ਸਟਰੋਂਗ ਕਰਨ ਦਾ ਇਸ ਤੋਂ ਚੰਗਾ ਕੋਈ ਸਾਧਨ ਨਹੀਂ ਹੋ ਸਕਦਾ ਕਿ ਆਪਣੇ ਬੱਚਿਆਂ ਨੂੰ ਸੰਭਾਲਿਆ ਜਾਵੇ। ਜੀ ਅਜੀਤ ਜੀ, ਸ਼ੁਕਰੀਆ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ, ਮੈਂ ਚਲਦੇ ਚਲਦੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਸ ਤਰੀਕੇ ਦਾ ਵੀ ਮਾਹੌਲ ਪਿਛਲੇ ਕੁਝ ਦਿਨਾਂ ਤੋਂ ਬਣਿਆ ਹੋਇਆ, ਮੈਂ ਪਰਸਨਲ ਤੌਰ ਤੇ ਜਿਸ ਤਰੀਕੇ ਨਾਲ ਮੇਰੇ ਭੈਣਾਂ ਭਰਾ ਸਟੂਡੈਂਟ ਜਿਹੜੇ ਹੈਗੇ ਨੇ, ਬੱਚੇ ਸਾਡੇ ਹਰਟ ਹੋਏ ਨੇ, ਮੈਂ ਵੀ ਉਸ ਤੋਂ ਕਾਫੀ ਹਰਟ ਹੋਇਆ। ਨਿੰਦਣਯੋਗ ਗੱਲ ਹੈ, ਸੰਦੀਪ ਜੀ ਨੇ ਕਾਫੀ ਵਿਸ਼ਲੇਸ਼ਣ ਵੀ ਕੀਤਾ ਉਸ ਗੱਲ ਦਾ। ਮੈਂ ਉਸ ਗੱਲ ਨੂੰ ਆਪਣੇ ਮੂੰਹ ਤੋਂ ਕਹਿਣਾ ਹੀ ਨਹੀਂ ਚਾਹੁੰਦਾ ਕਿ ਉਹਨਾਂ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਪਰ ਜੋ ਵੀ ਜਿਸ ਵੀ ਸੋਚ ਦੇ ਵਿੱਚੋਂ ਉਹ ਗੱਲ ਉਪਜ ਕੇ ਬਾਹਰ ਆਈ ਹੈ, ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰੂੰਗਾ, ਬੇਨਤੀ ਕਰੂੰਗਾ, ਕਿਰਪਾ ਕਰਕੇ ਅਸੀਂ ਆਪਣੇ ਬੱਚਿਆਂ ਵਾਸਤੇ ਉਹ ਜਿਹੜੀ ਸੋਚ ਸਮਾਜ ਦੇ ਵਿੱਚ ਉਪਜ ਰਹੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਇਹ ਬੱਚੇ ਸਾਡੇ ਕੈਨੇਡਾ ਨੂੰ ਸਪੋਰਟ ਕਰ ਰਹੇ ਨੇ, ਆ ਕੇ ਨੌਕਰੀਆਂ ਕ੍ਰੀਏਟ ਕਰ ਰਹੇ ਨੇ, ਟੈਕਸ ਦੇ ਰਹੇ ਨੇ,
ਇੱਥੇ ਆ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਨੇ। ਬੱਚੇ ਗਲਤੀਆਂ ਕਰਦੇ ਆ, ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਮਾਫ ਕਰਦੇ ਆ। ਅਗਰ ਕੋਈ ਬਾਹਰੋਂ ਆਇਆ ਬੱਚਾ ਇੱਥੇ ਗਲਤੀ ਕਰਦਾ, ਉਹਨੂੰ ਮਾਫ ਵੀ ਕਰਨਾ ਚਾਹੀਦਾ, ਉਹਨੂੰ ਸਮਝਾਉਣਾ ਵੀ ਚਾਹੀਦਾ। ਇਹ ਸਾਡਾ ਹੀ ਫਰਜ਼ ਬਣਦਾ। ਅਸੀਂ ਇੱਥੇ ਆਪਾਂ ਜੇ ਮੰਨ ਕੇ ਚੱਲੀਏ ਕਿ ਅਸੀਂ ਉਹਨਾਂ ਦੇ ਵੱਡੇ ਆ ਤੇ ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਟਰੀਟ ਕਰਨਾ, ਤਾਂ ਮੇਰਾ ਖਿਆਲ ਆ ਇਹ ਸੋਚ ਸਾਡੇ ਮਨਾਂ ਦੇ ਵਿੱਚ ਕਦੀ ਨਹੀਂ ਆਏਗੀ। ਦੂਸਰੀ ਗੱਲ, ਜਿਹੜੀ ਇਨਸਿਕਿਉਰਿਟੀ ਬਹੁਤ ਸਾਰੇ ਲੋਕ ਫੀਲ ਕਰਦੇ ਆ ਕਿ ਸ਼ਾਇਦ ਸਟੂਡੈਂਟਸ ਦੇ ਆਉਣ ਦੇ ਨਾਲ ਜਿਹੜੀ ਹੈਗੀ ਆ ਜੌਬਸ ਘੱਟ ਜਾਣਗੀਆਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਐਸਾ ਕੁਝ ਨਹੀਂ ਹੁੰਦਾ। ਕੈਨੇਡਾ ਦੇ ਵਿੱਚ ਜੇ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਲਗਾਤਾਰ ਪਿਛਲੇ 20-30 ਸਾਲ ਤੋਂ ਅਸੀਂ ਲੋਕ ਆ ਰਹੇ ਹਾਂ। ਕਹਿੰਦੇ ਆ ਵੀ ਰੋਟੀ ਨਹੀਂ ਚੱਲਦੀ ਜਾਂ ਕੌਣ ਤਰੱਕੀ ਨਹੀਂ ਕੀਤੀ ਜਾਂ ਕਿਹਦਾ ਘਰ ਜਿਹੜਾ ਹੈਗਾ ਉਹ ਕਿਸੇ ਦੇ ਆਉਣ ਦੇ ਨਾਲ ਬੰਦ ਹੋ ਗਿਆ। ਇਦਾਂ ਬਿਲਕੁਲ ਨਹੀਂ ਹੁੰਦਾ। ਕੈਨੇਡਾ ਦੇ ਵਿੱਚ ਅਜੇ ਬਹੁਤ ਵੱਡੀ ਓਪਰਚੁਨਿਟੀ ਹੈ। ਜੇ ਮੈਂ ਗਵਰਨਮੈਂਟ ਦੀ ਗੱਲ ਕਰਾਂ ਤੇ ਗਵਰਨਮੈਂਟ 2022 ਤੱਕ ਜਿਹੜਾ ਅੱਜ 3,50,000 ਦੇ ਕਰੀਬ ਦਾ ਨੰਬਰ ਆ, ਉਹਨੂੰ ਡਬਲ ਕਰਨ ਦੀ ਗੱਲ ਕਰਦੀ ਆ, ਕਿਉਂਕਿ ਸਰਕਾਰ ਨੂੰ ਇੱਕ ਗੱਲ ਪਤਾ ਹੈ ਕਿ ਸਕਿਲਡ ਵਰਕਰ ਮੰਗਾਉਣ ਨਾਲ, ਹੋਰ ਇਮੀਗ੍ਰੈਂਟ ਮੰਗਾਉਣ ਨਾਲੋਂ ਸਟੂਡੈਂਟ ਨੂੰ ਕੰਟਰੀ ਦੇ ਵਿੱਚ ਬੁਲਾ ਕੇ ਉਹਨੂੰ ਇਮੀਗ੍ਰੈਂਟ ਬਣਾਉਣਾ, ਉਹਨੂੰ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਰੱਖਣਾ ਕੈਨੇਡਾ ਦੀ ਗਵਰਨਮੈਂਟ ਵਾਸਤੇ ਔਰ ਕੈਨੇਡਾ ਵਾਸਤੇ, ਦੋਨਾਂ ਵਾਸਤੇ ਫਾਇਦੇਮੰਦ ਆ। ਆਪਾਂ ਨੂੰ ਦਿਮਾਗ ਦੀ ਸੋਚ ਜਿਹੜੀ ਹੈਗੀ ਆ ਆਪਣੇ ਨਿੱਜੀ ਸਵਾਰਥਾਂ ਤੋਂ ਔਰ ਨਿੱਜੀ ਤਜਰਬਿਆਂ ਤੋਂ ਉੱਤੇ ਚੱਕਣੀ ਪਵੇਗੀ। ਤਦ ਅਸੀਂ ਜਿਹੜੇ ਸਾਡੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਬਣ ਕੇ, ਚਾਹੇ ਉਹ ਚਾਈਨਾ ਤੋਂ ਆਉਂਦੇ ਆ, ਚਾਹੇ ਕਿਸੇ ਹੋਰ ਕੰਟਰੀ ਤੋਂ ਆਉਂਦੇ, ਚਾਹੇ ਭਾਰਤ ਪੰਜਾਬੀ ਬੱਚੇ ਆਉਂਦੇ ਆ, ਤਦ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਅਪਣਾ ਪਾਵਾਂਗੇ। ਸੰਦੀਪ ਜੀ, ਅਜੀਤ ਜੀ, ਮੋਨਿਤ ਜੀ, ਸ਼ਬਦੀਪ ਜੀ ਤੇ ਦਿਲਰਾਜ ਜੀ, ਤੁਹਾਡਾ ਮੇਰੇ ਨਾਲ ਭਖਤ ਦੀਆਂ ਖਬਰਾਂ ਵਿੱਚ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਕੁਲਵੀਰ ਥਿੰਦ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ।